ਵਾਹਿਗੁਰੂ ਸਾਹਿਬ ਜੀ। ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ਼੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਕਹਾਓ। ਖੇਤ ਜੋ ਮੰਡਿਓ ਸੂਰਮਾ ਅਬ ਜੂਜਨ ਕਉ ਦਾਓ। ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਛਬਰ ਛਤਰ ਤਖਤ ਦੇ ਮਾਲਕ ਗਰੀਬ ਨਵਾਜ ਅੰਤਰਜਾਮੀ ਦਸਾਂ ਪਾਤਸ਼ਾਹੀਆਂ ਦੀ ਜਗਦੀ ਜੋਤ ਗੁਰਤਾ ਗੱਦੀ ਦੇ ਤਖਤ ਤੇ ਸੁਭਾਏਮਾਨ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਅਪਾਰ ਕਿਰਪਾ ਹੋ ਰਹੀ ਹੈ। ਸੰਧਿਆ ਦੇ ਵਕਤ ਸੁੰਦਰ ਦੀਵਾਨ ਸਜ ਰਹੇ ਹਨ। ਸਜੇ ਹੋਏ ਦੀਵਾਨਾਂ ਦੇ ਅੰਦਰ ਆਪ ਗੁਰਸਿੱਖ ਮਾਈ ਭਾਈ ਹਾਜ਼ਰੀਆਂ ਭਰ ਕੇ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਕੇ ਕੀਰਤਨ ਰਹਿਰਾਸ ਸਾਹਿਬ ਜੀ ਦੇ ਪਾਠ ਸੁਣ ਕਰਕੇ ਬੇਅੰਤ ਲਾਹਾ ਪ੍ਰਾਪਤ ਕੀਤਾ ਹੈ। ਜੋ ਸੰਧਿਆ ਦੇ ਵਕਤ ਗੁਰ ਇਤਿਹਾਸ ਦੀ ਕਥਾ ਆਰੰਭ ਹੈ ਉਸ ਦਾ ਸਮਾਂ ਹੋਇਆ ਹੈ। ਕੱਲ੍ਹ ਦੇ ਦੀਵਾਨ ਅੰਦਰ ਆਪ ਸੰਗਤਾਂ ਨੇ ਇਤਿਹਾਸ ਨੂੰ ਸੁਣਿਆ ਹੈ। ਮਹਾਰਾਜ ਗੁਰੂ ਅਰਜਨ ਸਾਹਿਬ ਜੀ 5 ਸਿੱਖ ਨਾਲ ਲਏ ਹਨ। ਮਾਤਾ ਗੰਗਾ ਜੀ ਨੂੰ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਆਪਣੇ ਸਪੁੱਤਰ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਹੌਸਲਾ ਦੇ ਕੇ ਲਾਹੌਰ ਦੀ ਧਰਤੀ ਵੱਲ ਚਾਲੇ ਪਾਉਂਦੇ ਹਨ। ਇੱਕ ਸਿੱਖ ਨੂੰ ਭੇਜਦੇ ਨੇ ਕਿ ਆਪ ਜੀ ਗੋਇੰਦਵਾਲ ਦੀ ਧਰਤੀ 'ਤੇ ਜਾਓ। ਗੁਰੂ ਅਮਰਦਾਸ ਮਹਾਰਾਜ ਜੀ ਦੇ ਅੰਸ਼ ਵੰਸ਼ ਦੇ ਵਿੱਚੋਂ ਬਾਬਾ ਅਰਥਮਲ ਨੂੰ ਜਾ ਕੇ ਸਾਡਾ ਸੁਨੇਹਾ ਦਿਓ। ਗੁਰੂ ਕਾ ਸਿੱਖ ਜਾਂਦਾ ਹੈ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਬਾਬਾ ਅਰਥਮਲ ਜੀ ਨੂੰ ਮਿਲਦਾ ਹੈ। ਮਹਾਰਾਜ ਜੀ ਦੀ ਸਾਰੀ ਵੰਸ ਮਿਲਦੀ ਹੈ।
ਦੂਸਰੇ ਪਾਸੇ ਗੁਰੂ ਅਰਜਨ ਸਾਹਿਬ ਮਹਾਰਾਜ ਲਾਹੌਰ ਦੀ ਧਰਤੀ ਤੇ ਪਹੁੰਚ ਜਾਂਦੇ ਹਨ। ਇੱਥੇ ਇੱਕ ਸਾਧ ਸੰਗਤ ਜੀ ਭਾਵਨਾ ਵਾਲਾ ਸਿੱਖ ਹੈ ਭਾਈ ਸੱਧੂ ਜੀ, ਜੋ ਰਾਤ ਦਿਨ ਮਹਾਰਾਜ ਸਾਹਿਬ ਨੂੰ ਯਾਦ ਕਰਦਾ ਹੈ। ਮਹਾਰਾਜ ਗਰੀਬ ਦੇ ਘਰ ਅੰਦਰ ਚਰਨ ਪਾਓ, ਮਹਾਰਾਜ ਮੈਨੂੰ ਨਿਹਾਲ ਕਰੋ। ਸੱਚੇ ਪਾਤਸ਼ਾਹ ਦੀ ਭਾਵਨਾ ਨੂੰ ਵੇਖ ਕੇ ਉਹਦੇ ਘਰ ਵਿੱਚ ਜਾਂਦੇ ਹਨ। ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ, ਮਹਾਰਾਜ ਜੀ ਨੂੰ ਸੋਹਣੇ ਪਲੰਘੇ ਤੇ ਬਿਠਾਉਂਦਾ ਹੈ, ਫਿਰ ਮਹਾਰਾਜ ਸਾਹਿਬ ਜੀ ਦੇ ਚਰਨ ਧੋਂਦਾ ਹੈ, ਚਰਨਾ ਅੰਮ੍ਰਿਤ ਆਪ ਛਕਦਾ ਹੈ, ਪਰਿਵਾਰ ਨੂੰ ਛਕਾਉਂਦਾ ਹੈ, ਵਿਹੜੇ ਵਿੱਚ ਛਿੱਟਾ ਦਿੰਦਾ ਹੈ, ਮਹਾਰਾਜ ਜੀ ਨੂੰ ਲੰਗਰ ਪਾਣੀ ਛਕਾਉਂਦਾ ਹੈ। ਇਹ ਇਤਿਹਾਸ ਸੰਗਤ ਜੀ ਆਪ ਸੰਗਤ ਨੇ ਕੱਲ ਦੇ ਦੀਵਾਨ ਅੰਦਰ ਸੁਣਿਆ ਹੈ। ਜਿਵੇਂ ਅੱਗੇ ਇਤਿਹਾਸ ਦੀ ਕਥਾ ਰਹੀ ਹੈ, ਮਨ ਬਿਰਤੀਆਂ ਨੂੰ ਸਤਿਗੁਰਾਂ ਦੇ ਚਰਨਾਂ ਅੰਦਰ ਜੋੜੀਏ, ਰਚਨਾ ਨੂੰ ਕਰੀਏ ਪਵਿੱਤਰ, ਪਿਆਰ ਦੇ ਸਹਿਤ ਗੁਰ ਇਤਿਹਾਸ ਦੀ ਕਥਾ ਨੂੰ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੁਨ ਦੰਪਤ ਬਿਜਨਾ ਲੈ ਗਏ, ਪੌਣ ਪਰੀ ਸੁਹਾਗਤ ਭਏ, ਪੁਨ ਦੰਪਤ ਬਿਜਨਾ ਲੈ ਗਏ। ਇਸ ਤਰ੍ਹਾਂ ਸਾਧ ਸੰਗਤ ਜੀ ਭਾਈ ਸੱਧੂ ਜੀ ਉਹਨਾਂ ਦੇ ਘਰ ਵਾਲੀ ਪੱਖਾ ਜਿਹੜਾ ਲੈ ਕੇ ਗਏ ਹਨ। ਦੋਨੋਂ ਦੰਪਤ ਜੋੜਾ ਪੌਣ ਪਰੀ ਸੁਹਾਗਤ ਪਏ। ਗੁਰੂ ਕੀ ਸਿੱਖ ਦੇ ਅੰਦਰ ਬੜੀ ਭਾਵਨਾ ਹੈ, ਪ੍ਰੇਮ ਦੇ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੱਖਾ ਚੱਲ ਰਹੇ ਹਨ। ਸੁੰਦਰ ਮਿੰਦਰ ਚਰਨ ਕੋ ਗਹਿ ਕੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਜਿਹੜੇ ਚਰਨ ਬੜੇ ਕੋਮਲ ਹਨ, ਸੁੰਦਰ ਹਨ, ਉਹਨਾਂ ਨੂੰ ਫੜਨਾ ਕੀਤਾ ਹੈ। ਚਾਂਪਤ ਚੌਂਕ ਚਾਰ ਕੋ ਚਹਿ ਕੈ। ਸਾਧ ਸੰਗਤ ਜੀ ਬਹੁਤ ਭਾਵਨਾ ਦੇ ਸਹਿਤ, ਪ੍ਰੇਮ ਦੇ ਸਹਿਤ ਮਹਾਰਾਜ ਗੁਰੂ ਅਰਜਨ ਸਾਹਿਬ ਦੇ ਚਰਨਾਂ ਨੂੰ ਭਾਈ ਸੱਧੂ ਜੀ ਘੁੱਟ ਰਹੇ ਹਨ। ਜਿਸ ਜਿਸ ਸਿੱਖ ਕੋ ਸੁਧ ਤਬ ਹੋਈ। ਤਦੋਂ ਸਾਧ ਸੰਗਤ ਜੀ ਲਾਹੌਰ ਦੀ ਧਰਤੀ ਤੇ ਰਹਿਣ ਵਾਲੇ ਜਿਸ ਵੀ ਗੁਰੂ ਕੇ ਸਿੱਖ ਨੂੰ ਇਹ ਖਬਰ ਮਿਲਦੀ ਹੈ ਕਿ ਮਹਾਰਾਜ ਭਾਈ ਸੱਧੂ ਦੇ ਘਰ ਵਿੱਚ ਹਨ, ਦਰਸ਼ਨ ਕੋ ਆਏ ਸਭ ਕੋਈ। ਤਦੋਂ ਸਾਧ ਸੰਗਤ ਜੀ ਜਿਸ ਨੂੰ ਵੀ ਖਬਰ ਮਿਲਦੀ ਹੈ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਆਉਂਦੇ ਹਨ। ਤਰ ਤਰ ਭੇਟ ਬੰਦਨਾ ਠਨ ਹੈ। ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੇ ਮੁਬਾਰਕ ਚਰਨਾਂ ਤੇ ਭੇਟਾਵਾਂ ਰੱਖਦੇ ਨੇ, ਨਮਸਕਾਰਾਂ ਕਰਦੇ ਹਨ, ਮੱਥੇ ਟੇਕਦੇ ਹਨ। ਮਨੋ ਕਾਮਨਾ ਬਿਨੈ ਬਖਾਨ ਹੈ। ਜੋ ਸਾਧ ਸੰਗਤ ਜੀ ਉਹਨਾਂ ਦੀਆਂ ਮਨੋ ਕਾਮਨਾਵਾਂ ਹੁੰਦੀਆਂ ਨੇ, ਮਹਾਰਾਜ ਜੀ ਦੇ ਚਰਨਾਂ ਅੰਦਰ ਮੱਥਾ ਟੇਕ ਕੇ ਨਮਸਕਾਰਾਂ ਕਰਦੇ ਨੇ, ਬੇਨਤੀਆਂ ਕਰਦੇ ਹਨ। ਇਸੇ ਪ੍ਰਕਾਰ ਨਿਸਾ ਵੱਢ ਗਈ। ਸਾਧ ਸੰਗਤ ਜੀ ਇਸੇ ਢੰਗ ਦੇ ਨਾਲ ਜਿਹੜੀ ਰਾਤ ਹੈ ਉਹ ਆਈ ਹੈ। ਸੁਖ ਸਹਿਜਾ ਪਰ ਨਿੰਦਰਾ ਲਈ। ਸੋਹਣੀ ਸੇਜਾ ਦੇ ਉੱਪਰ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਆਰਾਮ ਕਰ ਰਹੇ ਹਨ। ਨਿਕਟ ਸਿੱਖ ਸਭ ਹੀ ਪਰ ਸੋਏ। ਜਿਹੜੇ ਨਾਲ ਦੇ ਪੰਜ ਸਿੱਖ ਸਨ, ਭਾਈ ਬਿਧੀ ਚੰਦ ਵਰਗੇ, ਭਾਈ ਲੰਗਾ ਵਰਗੇ, ਭਾਈ ਪ੍ਰਾਣਾ ਵਰਗੇ, ਭਾਈ ਜੇਠੇ ਵਰਗੇ, ਸਾਰੇ ਆਰਾਮ ਕਰ ਰਹੇ ਹਨ। ਬਿਧੀ ਚੰਦ ਆਦਿਕ ਕਹਿ ਜੋਏ। ਜਿਹੜੇ ਗੁਰੂ ਕੇ ਸਿੱਖ ਭਾਈ ਬਿਧੀ ਚੰਦ ਦਾਸ ਸਾਰੇ ਸਿੱਖ ਜਿਹੜੇ ਹਨ। ਜਾਮ ਜਾਮਨੀ ਜਾਗਰਣ ਕੀਨ। ਜਦੋਂ ਸਾਧ ਸੰਗਤ ਜੀ ਇੱਕ ਪੈ ਰਾਤ ਰਹਿ ਗਈ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਉੱਠੇ ਹਨ। ਸੋਚਾਚਾਰ ਸਗਲ ਕਰ ਲੀਨ। ਸੋਚ ਕਿਰਿਆ ਕੀਤੀ ਹੈ, ਇਸ਼ਨਾਨ ਕੀਤਾ ਹੈ। ਤਨ ਇਸ਼ਨਾਨ ਜਲ ਨਿਰਮਲ ਸਾਥ। ਪਵਿੱਤਰ ਜਲ ਦੇ ਨਾਲ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ ਇਸ਼ਨਾਨ ਕਿਰਿਆ ਕੀਤੀ। ਇਕ ਚਿਤ ਬੈਠ ਰਹੇ ਗੁਰਨਾਥ। ਦੀਨ ਦੁਨੀਆ ਦੇ ਨਾਥ ਮਾਲਕ ਸੁਆਮੀ ਇਕਾਗਰ ਚਿੱਤ ਹੋ ਕਰਕੇ ਚੌਂਕੜਾ ਲਾ ਕੇ ਬੈਠ ਗਏ ਹਨ। ਉਹਨੇ ਪ੍ਰਕਾਸ਼ ਭਇਓ ਰੱਬ ਚੜਿਓ। ਇੰਨੇ ਸਮੇਂ ਨੂੰ ਭਾਈ ਸਾਹਿਬ ਕਹਿੰਦੇ ਨੇ ਭਾਈ ਕਿ ਆਸਮਾਨ ਅੰਦਰ ਜਿਹੜਾ ਸੂਰਜ ਹੈ ਚੜ ਗਿਆ ਹੈ, ਸਾਰੇ ਪਾਸੇ ਪ੍ਰਕਾਸ਼ ਹੋ ਗਿਆ। ਸਭ ਸੰਗਤ ਸੁਣ ਸੁਣ ਮੁਦ ਬੜਿਓ। ਜਿਹੜੀ ਵੀ ਸਾਧ ਸੰਗਤ ਜੀ ਲਾਹੌਰ ਦੀ ਧਰਤੀ ਤੇ ਗੁਰੂ ਕੀਆਂ ਸਿੰਘ ਸੰਗਤਾਂ ਨੂੰ ਪਤਾ ਲੱਗਦਾ ਹੈ, ਬੜਾ ਉਹਨਾਂ ਦੇ ਵਿੱਚ ਪ੍ਰੇਮ ਜਿਹੜਾ ਹੈ, ਭਾਵਨਾ ਜਿਹੜੀ ਹੈ ਵੱਧ ਜਾਂਦੀ ਹੈ। ਆਏ ਆਏ ਦਰਸ਼ਨ ਕੋ ਕਰਹਿ। ਸਾਰੀਆਂ ਸਿੱਖ ਸੰਗਤਾਂ ਸਾਧ ਸੰਗਤ ਜੀ ਭਾਈ ਸੱਧੂ ਦੇ ਘਰ ਵਿੱਚ ਆ ਰਹੀਆਂ ਨੇ, ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੇ ਦਰਸ਼ਨ ਕਰ ਰਹੀਆਂ ਹਨ। ਬੰਦ ਹੈ ਚਰਨ ਉਪਾਇ ਨ ਤਰਹਿ। ਮਹਾਰਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਦੇ ਹਨ, ਭੇਟਾਵਾਂ ਮਹਾਰਾਜ ਜੀ ਦੇ ਚਰਨਾਂ ਅੰਦਰ ਭੇਟਾ ਕਰਦੇ ਹਨ। ਤਬਹਿ ਅਰਥ ਮਲ ਚਲ ਕਰ ਆਇਓ। ਸਾਧ ਸੰਗਤ ਜੀ ਇੰਨੇ ਸਮੇਂ ਨੂੰ ਗੋਇੰਦਵਾਲ ਸਾਹਿਬ ਦੀ ਧਰਤੀ ਤੋਂ ਬਾਬਾ ਅਰਥਮਲ ਜੀ, ਜੋ ਸਤਿਕਾਰਯੋਗ ਗੁਰੂ ਅਮਰਦਾਸ ਮਹਾਰਾਜ ਜੀ ਦੀ ਅੰਸ਼-ਵੰਸ਼ ਦੇ ਵਿੱਚੋਂ ਹਨ, ਚੱਲ ਕਰਕੇ ਆ ਗਏ ਹਨ। ਮਿਲਿਓ ਪ੍ਰੇਮ ਕਰ ਸੀਸ ਨਵਾਇਓ। ਬੜੀ ਸਿੱਖ ਅੰਦਰ ਭਾਵਨਾ ਹੈ ਬਾਬਾ ਅਰਥਮਲ ਜੀ ਦੇ, ਭਾਵਨਾ ਦੇ ਸਹਿਤ ਦੋਨੋਂ ਹੱਥ ਜੋੜੇ ਨੇ,
ਮਹਾਰਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਿਆ। ਜੇਠੋ ਪੁੱਤਰ ਮੋਹਰੀ ਕੇਰਾ। ਗੁਰੂ ਅਮਰਦਾਸ ਮਹਾਰਾਜ ਜੀ ਦੇ ਸੁਪੁੱਤਰ ਸਨ ਬਾਬਾ ਮੋਹਰੀ ਜੀ, ਤੇ ਉਹਨਾਂ ਦੇ ਕਹਿੰਦੇ ਵੱਡੇ ਸੁਪੁੱਤਰ ਹਨ ਬਾਬਾ ਅਰਥਮਲ ਜੀ। ਪਰ ਕਰ ਅੰਕ ਮਿਲੇ ਤੇ ਸਬੇਰਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਮਹਾਰਾਜ ਜੀ ਦੀ ਵੰਸ਼ ਜਾਣ ਕੇ ਉੱਠੇ ਹਨ, ਆਪਣੀ ਗਲਵਕੜੀ ਦੇ ਵਿੱਚ ਲੈ ਕੇ ਬਾਬਾ ਅਰਥਮਲ ਜੀ ਨੂੰ ਮਿਲੇ ਹਨ। ਸਾਦਰ ਨਿਕਟ ਬਿਠਾਵਣ ਕਰਿਓ। ਸਹਿਤ ਆਦਰ ਦੇ ਸਤਿਕਾਰ ਦੇ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ ਬਾਬਾ ਅਰਥਮਲ ਜੀ ਨੂੰ ਕੋਲ ਬਿਠਾਇਆ ਹੈ। ਪ੍ਰਥਕ ਸਬਨ ਤੇ ਹੋਏ ਹਿਤ ਤਰਿਓ। ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਵੱਖਰੇ ਹੋ ਕੇ ਬੜਾ ਪ੍ਰੇਮ ਕੀਤਾ ਹੈ, ਨੇ ਕੀਤਾ ਹੈ ਬਾਬਾ ਅਰਥਮਲ ਜੀ ਦੇ ਨਾਲ। ਜਿਸ ਪ੍ਰਕਾਰ ਕੋ ਕਾਰਨ ਕਰਨਾ। ਹੁਣ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਜੋ ਸ਼ਹਾਦਤ ਦਾ ਜਾਮ ਪੀਣਾ ਹੈ, ਸਾਰੀ ਜਿਹੜੀ ਵਾਰਤਾ ਹੈ ਨਿਕਟ ਅਰਥਮਲ ਕੇ ਸੋ ਬਰਨਾ। ਉਦੋਂ ਸਾਧ ਸੰਗਤ ਜੀ ਸਾਰੀ ਜਿਹੜੀ ਆਪਣੀ ਵਾਰਤਾ ਹੈ ਸਤਿਕਾਰਯੋਗ ਬਾਬਾ ਅਰਥਮਲ ਜੀ ਦੇ ਤਾਈ ਮਹਾਰਾਜ ਜੀ ਨੇ ਦੱਸ ਦਿੱਤੇ। ਹਮਰੇ ਤਨ ਕੋ ਹੈ ਅਬ ਅੰਤ। ਸੱਚੇ ਪਾਤਸ਼ਾਹ ਕਹਿੰਦੇ ਬਾਬਾ ਜੀ ਹੁਣ ਸਾਡਾ ਜਿਹੜਾ ਸਮਾਂ ਹੈ ਨੇੜੇ ਆ ਗਿਆ ਹੈ। ਨਿਕਟ ਤਜ ਕੋ ਸਭ ਸੁਨੋ ਬਰਤੰਤ। ਸੱਚੇ ਪਾਤਸ਼ਾਹ ਕਹਿੰਦੇ ਹੁਣ ਅਸੀਂ ਆਪਣੀ ਦੇਹ ਨੂੰ ਛੱਡ ਜਾਣਾ ਹੈ, ਸਾਰੀ ਵਾਰਤਾ ਸੁਣਨਾ ਕਰ। ਮਹਾ ਵਿਰੋਧੀ ਹਮਰੇ ਜੈ ਹੈ। ਸੱਚੇ ਪਾਤਸ਼ਾਹ ਕਹਿੰਦੇ ਸਾਡੇ ਬਹੁਤ ਵੱਡਾ ਵਿਰੋਧੀ ਹੈ ਚੰਦੂ, ਜੋ ਬੜਾ ਛਲ ਕਰਦਾ ਹੈ, ਈਰਖਾ ਕਰਦਾ ਹੈ। ਸਿਰ ਅਪਰਾਧ ਤਿਨੋ ਕੋ ਦੈ ਹੈ। ਸੱਚੇ ਪਾਤਸ਼ਾਹ ਕਹਿੰਦੇ ਅਸੀਂ ਸ਼ਹਾਦਤ ਦਾ ਜਾਮ ਪੀ ਕੇ ਬਹੁਤ ਵੱਡਾ ਜਿਹੜਾ ਦੋਸ਼ ਹੈ ਇਸ ਪਾਪੀ ਦੇ ਸਿਰ ਮਣ ਦੇਵਾਂਗੇ। ਅਪਰਾਧੀ ਜਬ ਹੋਏ ਵਿਸਾਲਾ। ਸੱਚੇ ਪਾਤਸ਼ਾਹ ਕਹਿੰਦੇ ਜਦੋਂ ਅਪਰਾਧੀ ਬਹੁਤਾ ਵੱਡਾ ਹੋ ਜਾਵੇ ਉਚਿਤ ਸਜਾਏ ਬਨਹਿ ਤਿਸ ਕਾਲਾ। ਬਾਬਾ ਅਰਥਮਲ ਜੀ ਨੂੰ ਕਹਿਣ ਲੱਗੇ ਕਿ ਹੁਣ ਜਿਹੜੀ ਸਜ਼ਾ ਹੈ ਬਣਦੀ ਹੈ ਯੋਗ ਪਾਪੀ ਨੂੰ ਦੇਣੀ। ਸ੍ਰੀ ਹਰਿ ਗੋਬਿੰਦ ਚੰਦ ਬਲੰਦੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਡੇ ਤੋਂ ਬਾਅਦ ਮਹਾਨ ਸੂਰਬੀਰ ਜਿਨ੍ਹਾਂ ਦਾ ਜ਼ਿਕਰ ਭਾਈ ਗੁਰਦਾਸ ਨੇ ਕੀਤਾ ਹੈ, ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਅਰਜੁਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰ ਉਪਕਾਰੀ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਮਹਾਨ ਸੂਰਬੀਰ ਹੋਣਗੇ। ਸੰਕਟ ਦੇਹ ਦੁਸ਼ਟ ਹੱਥ ਬਰੰਦੈ। ਇਹਨਾਂ ਦੁਸ਼ਟਾਂ ਨੂੰ ਬਹੁਤ ਦੁੱਖ ਦੇਣਗੇ, ਇਹਨਾਂ ਦੁਸ਼ਟਾਂ ਨੂੰ ਖਤਮ ਕਰਨਗੇ। ਸੁਣਤ ਅਰਥਮਲ ਬੂਝਣ ਕਰੇ। ਜਦੋਂ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਤੋਂ ਵਾਰਤਾ ਸੁਣੀ, ਸਤਿਕਾਰਯੋਗ ਬਾਬਾ ਅਰਥਮਲ ਜੀ ਪੁੱਛਣ ਲੱਗੇ ਕਹੋ ਮੋਹਿ ਕਿਮ ਤਨ ਪਰ ਹਰੇ। ਇਹ ਸੱਚੇ ਪਾਤਸ਼ਾਹ ਮੈਨੂੰ ਸਾਰੀ ਵਾਰਤਾ ਦੱਸੋ, ਆਪ ਜੀ ਨੇ ਕਿਵੇਂ ਸ਼ਹਾਦਤ ਦਾ ਜਾਮ ਪੀਣਾ ਹੈ, ਕਿਵੇਂ ਸਰੀਰ ਛੱਡਣਾ ਹੈ। ਸ੍ਰੀ ਅਰਜਨ ਸਭ ਗਾਥ ਬਖਾਨੀ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਹੁਣ ਸਾਰੀ ਜਿਹੜੀ ਵਾਰਤਾ ਹੈ ਬਾਬਾ ਅਰਥਮਲ ਜੀ ਨੂੰ ਦੱਸਣ ਲੱਗੇ। ਚੰਦੂ ਦੂਤੇ ਕਰਤ ਮਹਾਨੀ। ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਚੰਦੂ ਹੈ ਬਾਦਸ਼ਾਹ ਦਾ ਦੀਵਾਨ ਹੈ, ਸਾਡੀ ਬਹੁਤ ਦੂਤੀ ਨਾਮੇ ਚੁਗਲੀਆਂ ਕਰਦਾ ਹੈ ਬਾਦਸ਼ਾਹ ਦੇ ਪਾਸ। ਪ੍ਰਥਮ ਕਹਿਤ ਇਹ ਚੋਰ ਲਗਾਵੇ। ਸਭ ਤੋਂ ਪਹਿਲਾਂ ਇਹਨੇ ਬਾਦਸ਼ਾਹ ਦੇ ਤਾਈਂ ਕਹਿਣਾ ਕੀਤਾ ਕਿ ਗੁਰੂ ਨਾਨਕ ਦੀ ਗੱਦੀ ਦੇ ਜਿਹੜੇ ਪੰਜਵੇਂ ਪੀਰ ਹਨ, ਇਹਨਾਂ ਨੇ ਬੜੇ ਤੁਹਾਡੇ ਰਾਜ ਅੰਦਰ ਜਿਹੜੇ ਚੋਰ ਹਨ, ਧਾਵੜੀ ਹਨ, ਪੈਦਾ ਕੀਤੇ ਹਨ। ਸਾਹੋ ਸਮਾਜ ਮਿਲ ਹੈ ਚੁਰਵਾਵੇ। ਤੇ ਤੁਹਾਡਾ ਜਿੰਨਾ ਵੀ ਸਾਜੋ ਸਮਾਨ ਹੈ ਮਿਲ ਕਰਕੇ ਚੋਰੀ ਕਰਾ ਲੈਂਦੇ ਹਨ। ਪੁਨਹ ਸਜਾਦਾ ਇੱਕ ਚੱਲ ਆਇਓ। ਫਿਰ ਸੱਚੇ ਪਾਤਸ਼ਾਹ ਕਹਿਣ ਲੱਗੇ ਬਾਬਾ ਅਰਥਮਲ ਜੀ ਨੂੰ ਇੱਕ ਸਮਾਂ ਸੀ, ਜਹਾਂਗੀਰ ਬਾਦਸ਼ਾਹ ਦਾ ਪੁੱਤਰ ਜਿਹੜਾ ਖੁਸਰੋ ਸੀ ਉਹ ਚੱਲ ਕੇ ਸਾਡੇ ਪਾਸ ਆਇਆ। ਦੀਨ ਜਾਣ ਤੇ ਭੋਜਨ ਖਵਾਇਓ। ਬੜੀ ਨਿਮਰਤਾ ਦੇ ਸਹਿਤ ਆਇਆ, ਗਰੀਬ ਜਾਣ ਕੇ ਅਸੀਂ ਲੰਗਰ ਪਾਣੀ ਛਕਾਉਣਾ ਕੀਤਾ ਉਸਨੂੰ। ਇਹ ਦੂਤੇ ਕੀਨ ਸੁਮਤ ਮੰਦ। ਭੈੜੀ ਮਤ ਵਾਲੇ ਚੰਦੂ ਨੇ ਜਾ ਕੇ ਬਾਦਸ਼ਾਹ ਜਹਾਂਗੀਰ ਦੇ ਪਾਸ ਸਾਰੀ ਦੂਤੀ ਨਾਮ ਚੁਗਲੀ ਕੀਤੀ। ਸ਼ਾਹੋ ਸਿਖਾਏ ਰਸਾਏ ਬਲੰਦ। ਤੇ ਸ਼ਾਹ ਜਿਹੜਾ ਜਹਾਂਗੀਰ ਸੀ ਸੁਣ ਕੇ ਬੜਾ ਗੁੱਸੇ ਦੇ ਵਿੱਚ ਹੋਇਆ, ਕ੍ਰੋਧ ਵਿੱਚ ਹੋਇਆ। 2 ਲੱਖ ਲਿਖ ਡੰਡ ਪਠਾਇਓ। ਉਸਨੇ ਆਪਣਾ ਇੱਕ ਅਹਿਦੀ ਭੇਜਿਆ ਚਿੱਠੀ ਦੇ ਕੇ, ਤੋਂ ਚਿੱਠੀ ਦੇ ਵਿੱਚ ਲਿਖਿਆ ਸੀ ਕਿ ਸਾਨੂੰ ਤੁਸੀਂ 2 ਲੱਖ ਰੁਪਇਆ ਜਿਹੜਾ ਦੰਡ ਹੈ ਦੇਣਾ ਕਰੋ। ਅਹਿਦੀ ਲੈ ਹਮ ਰੇਟ ਗਿਆਇਓ। ਸੱਚੇ ਪਾਤਸ਼ਾਹ ਕਹਿੰਦੇ ਉਹ ਬਾਦਸ਼ਾਹ ਦਾ ਜਿਹੜਾ ਅਹਿਦੀ ਸੀ ਚਿੱਠੀ ਲੈ ਕੇ ਸਾਡੇ ਕੋਲ ਆ ਗਿਆ। ਜਾਂ ਤੇ ਮਹਾ ਦੁਸ਼ਟ ਹੈ ਇਹੀ। ਸੱਚੇ ਪਾਤਸ਼ਾਹ ਕਹਿਣ ਲੱਗੇ ਬਾਬਾ ਅਰਥਮਲ ਜੀ ਇਹ ਜਿਹੜਾ ਚੰਦੂ ਪਾਪੀ ਹੈ ਬਹੁਤ ਵੱਡਾ ਦੁਸ਼ਟ ਹੈ। ਦੋਸ਼ ਤਜਨ ਤਨ ਸਿਰ ਇਸ ਦੇਹੀ। ਸਾਰਾ ਜਿਹੜਾ ਦੋਸ਼ ਹੈ ਅਸੀਂ ਸ਼ਹਾਦਤ ਦਾ ਜਾਮ ਪੀ ਕੇ ਇਹਦੇ ਸਿਰ ਤੇ ਮੜਾਂਗੇ। ਸੋ ਸਭ ਕਾਰਨ ਆਏ ਮਿਲੇ ਹੈ। ਹੁਣ ਸਾਰਾ ਜਿਹੜਾ ਸਮਾਂ ਹੈ ਸਾਡਾ ਨੇੜੇ ਆ ਗਿਆ, ਕਾਰਨ ਬਣ ਗਏ ਹਨ।
ਤੋ ਅਬ ਤਨ ਤਿਆਗਨ ਲਖਿਓ ਭਲੇ ਹੁਣ ਹੈ। ਭਲੀ ਪ੍ਰਕਾਰ ਅਸੀਂ ਆਪਣੇ ਪੰਜ ਭੌਤਿਕ ਸਰੀਰ ਨੂੰ ਤਿਆਗ ਦੇਣਾ ਹੈ। ਸੁਣਤ ਅਰਥ ਮਲ ਸ਼ੋਕ ਜਦੋਂ ਵਿਸਾਲਾ। ਸਜੇ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ ਸਾਰੀ ਵਾਰਤਾ ਸੁਣੀ ਹੈ ਸਾਧ ਸੰਗਤ ਜੀ, ਬਾਬਾ ਅਰਥਮਲ ਜੀ ਬਹੁਤ ਵੈਰਾਗ ਦੇ ਵਿੱਚ ਹੋਏ ਹਨ। ਰੁਚਰ ਬਲੋਚਣ ਤੇ ਜਲ ਡਾਲਾ। ਸੁਣਿਆ ਨੇਤਰਾਂ ਦੇ ਵਿੱਚੋਂ ਸਾਧ ਸੰਗਤ ਜੀ ਵੈਰਾਗ ਰੂਪੀ ਜਿਹੜੇ ਹੰਝੂ ਹਨ ਬਾਬਾ ਅਰਥਮਲ ਜੀ ਜ਼ਮੀਨ ਤੇ ਸੁੱਟ ਰਹੇ ਹਨ। ਹੇ ਪ੍ਰਭ ਤੁਮ ਅਲੇਪ ਸਭ ਸਮੈ। ਕੀ ਬੇਨਤੀ ਕਰਦੇ ਨੇ ਬਾਬਾ ਜੀ, ਬਾਬਾ ਅਰਥਮਲ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਸਭ ਜਗ੍ਹਾ ਤੇ ਅਲੇਪ ਹੋ। ਦਰਸ਼ ਲਾਭ ਸੁਖ ਜੋ ਬੜ ਹਮੈ। ਮਹਾਰਾਜ ਆਪ ਜੀ ਦੇ ਦਰਸ਼ਨਾਂ ਦਾ ਬਹੁਤ ਵੱਡਾ ਲਾਭ ਹੈ, ਸਾਨੂੰ ਮਿਲਦਾ ਹੈ। ਸਿੱਖ ਸੰਗਤ ਸਭ ਰਹਿ ਬਸੂਰਤ। ਸੱਚੇ ਪਾਤਸ਼ਾਹ ਜੀ ਆਪ ਜੀ ਤੋਂ ਬਾਅਦ ਸੰਗਤ ਬੜੀ ਝੂਰੇਗੀ, ਬਹੁਤ ਦੁਖੀ ਹੋਵੇਗੀ। ਕਰਤ ਪ੍ਰੇਮ ਹੇਰਤ ਤੁਮ ਮੂਰਤ। ਇਹ ਸੱਚੇ ਪਾਤਸ਼ਾਹ ਤੁਹਾਡੇ ਨਾਲ ਬੜਾ ਪ੍ਰੇਮ ਕਰਦੀ ਹੈ ਸੰਗਤ, ਆਪ ਜੀ ਦੇ ਦਰਸ਼ਨ ਕਰਦੀ ਹੈ। ਕਰੋ ਅਨੇਕਨ ਕੋ ਕਲਿਆਣ। ਇਹ ਸੱਚੇ ਪਾਤਸ਼ਾਹ ਆਪ ਜੀ ਬੇਅੰਤ ਸਿੱਖ ਸੰਗਤਾਂ ਦੀ ਕਲਿਆਣ ਕਰਦੇ ਹੋ, ਮੁਕਤੀ ਕਰਦੇ ਹੋ। ਪਰਉਪਕਾਰੀ ਸਦਾ ਮਹਾਨ। ਆਪ ਜੀ ਬਹੁਤ ਵੱਡੇ ਪਰਉਪਕਾਰੀ ਹੋ, ਬੜੇ ਮਹਾਨ ਹੋ। ਤੁਰਕ ਜੁਗਤ ਚੰਦੂ ਦੁਖ ਪਾਵੈ। ਸੱਚੇ ਪਾਤਸ਼ਾਹ ਜਿਹੜਾ ਚੰਦੂ ਹੈ, ਜਿੰਨੇ ਇਹ ਤੁਰਕ ਹਨ ਬਹੁਤ ਦੁੱਖ ਪਾਉਣਗੇ। ਹਰਖ ਤਰਤ ਔਰ ਬਿਹ ਕੋ ਖਾਵੈ। ਇਹ ਸੱਚੇ ਪਾਤਸ਼ਾਹ ਤੁਹਾਡੀਆਂ ਨਿੰਦਿਆ ਕਰਕੇ ਬੜੀ ਖੁਸ਼ੀ ਕਰਦਾ ਹੈ। ਚੰਦੂ ਪਾਪੀ ਕਹਿੰਦੇ ਵਿਉ ਨੂੰ ਖਾ ਰਿਹਾ ਹੈ। ਜਬ ਘਟ ਅੰਤਰ ਪਹੁੰਚੇ ਜਾਈ। ਜਦੋਂ ਸੱਚੇ ਪਾਤਸ਼ਾਹ ਈਰਖਾ ਰੂਪੀ ਜ਼ਹਿਰ ਚੰਦੂ ਦੇ ਹਿਰਦੇ ਅੰਦਰ ਪਹੁੰਚ ਜਾਵੇਗਾ, ਸੁਖ ਹੈ ਅੰਗ ਪ੍ਰਾਣ ਬਿਨਸਾਈ। ਇਹਦਾ ਸਰੀਰ ਜਿਹੜਾ ਹੈ ਸੁੱਕ ਜਾਵੇਗਾ, ਇਹਦੇ ਪ੍ਰਾਣ ਜਿਹੜੇ ਹਨ ਖਤਮ ਹੋ ਜਾਣਗੇ। ਤੈਸੇ ਅਬ ਇਹ ਨਾਹਿਨ ਜਾਣੇ। ਬਾਬਾ ਅਰਥਮਲ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਇਹ ਪਾਪੀ ਚੰਦੂ ਤੁਹਾਡੀ ਵਡਿਆਈ ਨੂੰ ਜਾਣਦਾ ਨਹੀਂ ਹੈ। ਸੰਗ ਨਰਵੈਰ ਵੈਰ ਜੋ ਠਾਨੇ। ਆਪ ਜੀ ਨਿਰਵੈਰ ਹੋ, ਆਪ ਜੀ ਦਾ ਕਿਸੇ ਨਾਲ ਵੈਰ ਨਹੀਂ ਹੈ, ਤੁਹਾਡੇ ਨਾਲ ਵੈਰ ਕਰਦਾ ਹੈ ਚੰਦੂ ਪਾਪੀ। ਆਪਦ ਪਰ ਹੈ ਇਨਹੁ ਪਰ ਜਬੈ। ਇਹ ਸੱਚਾ ਪਾਤਸ਼ਾਹ ਚੰਦੂ ਦੇ ਉੱਪਰ, ਇਹਨਾਂ ਤੁਰਕਾਂ ਦੇ ਉੱਪਰ ਬਹੁਤ ਵੱਡਾ ਦੁੱਖ ਪਵੇਗਾ। ਇਸ ਫਲ ਕੋ ਪਾਵਹਿੰਗੇ ਤਬੈ। ਜੋ ਸੱਚੇ ਪਾਤਸ਼ਾਹ ਇਹ ਫਲ ਇਹਨਾਂ ਨੂੰ ਬਹੁਤ ਵੱਡਾ ਮਿਲੇਗਾ ਸਜ਼ਾ ਦਾ। ਜੋ ਕਰਤੇ ਨੇ ਕਾਰਨ ਕਰਨੇ। ਜੋ ਅਕਾਲ ਪੁਰਖ ਵਾਹਿਗੁਰੂ ਜੀ ਸਾਰੇ ਕੰਮਾਂ ਨੂੰ ਕਰਨ ਵਾਲਾ ਹੈ। ਸੋ ਸਭ ਤੇ ਕਾਰਜ ਹੈ ਸਰਨੇ। ਤੇ ਗਰੀਬਨ ਬਾਦ ਸੱਚੇ ਪਾਤਸ਼ਾਹ ਕਹਿੰਦੇ ਬਾਬਾ ਅਰਥਮਲ ਜੀ ਉਹ ਕਰਤੇ ਦੀਆਂ ਸਾਰੀਆਂ ਵਡਿਆਈਆਂ ਹਨ, ਉਹ ਆਪ ਕੰਮ ਕਰਦਾ ਹੈ। ਅਬ ਚਲ ਨੀਵ ਰੱਖੀ ਗੁਰ ਨਾਨਕ। ਧੰਨ ਗੁਰੂ ਅਰਜਨ ਸਾਹਿਬ ਜੀ ਕਹਿਣ ਲੱਗੇ ਬਾਬਾ ਅਰਥਮਲ ਜੀ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਿੱਖੀ ਦੀ ਬਹੁਤ ਵੱਡੀ ਨੀਂਵ ਰੱਖੀ ਹੈ, ਜਿਹਨੂੰ ਕੋਈ ਹਿਲਾ ਨਹੀਂ ਸਕਦਾ, ਪੱਟ ਨਹੀਂ ਸਕਦਾ। ਪਚ ਹੈ ਨਿੰਦਕ ਦੁਸ਼ਟ ਅਚਾਨਕ। ਜਿਹੜਾ ਵੀ ਗੁਰੂ ਨਾਨਕ ਦੇ ਘਰ ਨਾਲ ਮੱਥਾ ਲਾਵੇਗਾ ਦੁਸ਼ਟ ਪਾਪੀ ਕਹਿੰਦੇ ਉਹ ਗਲ ਜਾਵੇਗਾ, ਖਤਮ ਹੋ ਜਾਵੇਗਾ। ਬਹੁਰ ਅਰਥ ਮਲ ਜੋਰੇ ਹਾਥ। ਮਹਾਰਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਬੋਲ ਸੁਣ ਕੇ, ਬਚਨ ਸੁਣ ਕੇ ਬਾਬਾ ਅਰਥਮਲ ਜੀ ਨੇ ਦੋਨੋਂ ਹੱਥ ਜੋੜ ਲਏ। ਸੁਨੋ ਬਿਨੈ ਸ੍ਰੀ ਅਰਜਨ ਨਾਥ। ਇਹ ਸੱਚੇ ਪਾਤਸ਼ਾਹ ਆਪ ਜੀ ਨਾਥ ਸੁਆਮੀ ਮਾਲਕ ਮੇਰੀ ਬੇਨਤੀ ਨੂੰ ਸੁਣੋ। ਮਮ ਕਾਇਆ ਹੈ ਆਪ ਅਗਾਰੀ। ਇਹ ਸੱਚੇ ਪਾਤਸ਼ਾਹ ਮਹਾਰਾਜ ਮੇਰੀ ਜਿਹੜਾ ਸਰੀਰ ਹੈ ਆਪ ਜੀ ਦੇ ਚਰਨਾਂ ਵਿੱਚ ਪੇਟਾ ਹੈ। ਤਜ ਕਰ ਦਿਓ ਜਰ ਤੁਰਕੋ ਖਾਰੀ। ਆਪ ਜੀ ਮੈਨੂੰ ਹੁਕਮ ਕਰ ਦਿਓ ਮੈਂ ਸਰੀਰ ਛੱਡ ਕਰਕੇ ਤੁਰਕਾਂ ਦੀਆਂ ਜੜ੍ਹਾਂ ਪੁੱਟ ਦੇਵਾਂ। ਤੁਮ ਬਿਨ ਜਗ ਮੈਂ ਰਹਿ ਨਾ ਪਾਵੈ। ਇਹ ਸੱਚੇ ਪਾਤਸ਼ਾਹ ਆਪ ਜੀ ਤੋਂ ਬਿਨਾਂ ਸਾਡਾ ਸੰਸਾਰ ਤੇ ਰਹਿਣਾ ਨਹੀਂ ਬਣਦਾ ਹੈ। ਦਿਓ ਆਗਿਆ ਮੈਂ ਕਰੋ ਚਲਾਨਾ। ਇਹ ਸੱਚੇ ਪਾਤਸ਼ਾਹ ਮਹਾਰਾਜ ਮੈਨੂੰ ਹੁਕਮ ਕਰ ਦਿਓ ਮੈਂ ਆਪਣੇ ਪੰਜ ਭੌਤਿਕ ਸਰੀਰ ਨੂੰ ਤਿਆਗ ਕੇ ਇਹਨਾਂ ਤੁਰਕਾਂ ਦੀਆਂ ਜੜ੍ਹਾਂ ਪੁੱਟ ਦੇਵਾਂ। ਆਪ ਰੱਖੋ ਤਨ ਕਾਲ ਮਹਾਨਾ। ਸੱਚੇ ਪਾਤਸ਼ਾਹ ਆਪ ਬਹੁਤ ਲੰਮਾ ਸਮਾਂ ਆਪਣੇ ਦੇਹ ਨੂੰ ਰੱਖਣਾ ਕਰੋ ਮਾਤ ਲੋਕ ਦੀ ਧਰਤੀ ਤੇ। ਸ੍ਰੀ ਅਰਜਨ ਸੁਣ ਕਰ ਬਚ ਪ੍ਰੇਮਾ। ਬਾਬੇ ਅਰਥਮਲ ਜੀ ਪ੍ਰੇਮ ਦੇ ਬੋਲ ਸੁਣ ਕੇ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਕਹਿਣ ਲੱਗੇ ਕਹੋ ਰਹੋ ਤੁਮ ਤਨ ਜੁਤ ਸ਼ੀਮਾ। ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਪਈ ਰਹਿਣਾ ਕਰੋ, ਤੁਸੀਂ ਆਪਣੇ ਤਨ ਦੇ ਸਮੇਤ ਹੀ ਮੁਕਤ ਰੂਪ ਹੋ। ਰਹੀ ਅਰਬਲਾ ਬਾਸੁਰ 40। ਸੱਚੇ ਪਾਤਸ਼ਾਹ ਕਹਿਣ ਲੱਗੇ ਬਾਬਾ ਅਰਥਮਲ ਜੀ ਤੁਹਾਡੀ ਜਿਹੜੀ ਉਮਰ ਹੈ ਕੇਵਲ 40 ਦਿਨ ਦੀ ਰਹਿ ਚੁੱਕੀ ਹੈ। ਦਬ ਤੁਮ ਤਾਇਆ ਤਜੋ ਸਖਾਲੀ। ਜਦੋਂ ਤੁਹਾਡੇ ਸਮਾਂ ਪੂਰਾ ਹੋ ਜਾਵੇਗਾ ਭਲੀ ਪ੍ਰਕਾਰ ਤੁਸੀਂ ਆਪਣੀ ਦੇਹ ਨੂੰ ਛੱਡ ਦੇਵੋਗੇ। ਮਿਲੋ ਆਣ ਪਰ ਲੋਕ ਸੋ ਮੋਹੀ। ਸੱਚੇ ਪਾਤਸ਼ਾਹ ਕਹਿਣ ਲੱਗੇ ਸੱਚਖੰਡ ਦੇ ਅੰਦਰ ਆਪ ਜੀ ਸਾਨੂੰ ਆਣ ਕੇ ਮਿਲਣਾ ਕਰੂੰਗੇ। ਨਹਿ ਵਿਯੋਗ ਬਹੁ ਦਿਨ ਕੋ ਹੋਹੀ। ਸੱਚੇ ਪਾਤਸ਼ਾਹ ਕਹਿੰਦੇ ਬਾਬਾ ਜੀ ਬਹੁਤਿਆਂ ਦਿਨਾਂ ਦਾ ਆਪਣਾ ਵਿਜੋਗ ਵਿਛੋੜਾ ਨਹੀਂ ਹੋਵੇਗਾ। ਇਮਦਾ ਧੀਰਜ ਰਾਖਿਓ ਪਾਸੀ। ਇਸ ਤਰ੍ਹਾਂ ਸਾਧ ਸੰਗਤ ਜੀ ਬਾਬਾ ਅਰਥਮਲ ਜੀ ਨੂੰ ਹੌਸਲਾ ਦੇ ਕੇ
ਧੀਰਜ ਦੇ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਰੱਖਣਾ ਕੀਤਾ ਹੈ। ਅਨਕਰੀਤ ਕੀ ਕਥਾ ਪ੍ਰਕਾਸ਼ੀ। ਅਨੇਕਾਂ ਪ੍ਰਕਾਰ ਦੀ ਜੋ ਗੁਰੂ ਨਾਨਕ ਦੇ ਘਰ ਦੀ ਗਾਥਾ ਹੈ, ਕਥਾ ਹੈ, ਸੁਣਾਉਣਾ ਕੀਤੀ। ਲੰਗਰ ਲਗਿਓ ਹੋਣ ਗੁਰ ਕੇਰਾ। ਜਦੋਂ ਸਾਧ ਸੰਗਤ ਜੀ ਗੁਰੂ ਕਾ ਲੰਗਰ ਤਿਆਰ ਹੋ ਚੁੱਕਾ ਹੈ। ਅਰਪਹਿ ਸੰਗਤ ਆਨ ਕਨੇਰਾ। ਬੜੀਆਂ ਗੁਰੂ ਕੀਆਂ ਸੰਗਤਾਂ ਆਣ ਕੇ ਲੰਗਰਾਂ ਵਿੱਚ ਸੇਵਾ ਕਰ ਰਹੀਆਂ ਨੇ, ਲੰਗਰ ਛਕ ਰਹੀਆਂ ਹਨ। ਆਵੇ ਸਿੱਖ ਟੋਲ ਘਰ ਕਨੇ। ਸਾਧ ਸੰਗਤ ਜੀ ਲਾਹੌਰ ਦੀ ਧਰਤੀ ਤੇ ਭਾਈ ਸੱਧੂ ਦੇ ਘਰ ਅੰਦਰ ਬਹੁਤ ਵੱਡੇ ਵੱਡੇ ਗੁਰੂ ਕੇ ਸਿੱਖਾਂ ਦੇ ਜਿਹੜੇ ਜਥੇ ਹਨ, ਟੋਲੇ ਹਨ, ਆ ਰਹੇ ਹਨ। ਪੂਜ ਪੂਜ ਗਮਨੇ ਸੁਖ ਸਨੇ। ਬਹੁਤ ਪ੍ਰੇਮ ਦੇ ਸਹਿਤ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਤੇ ਮੱਥਾ ਟੇਕਦੇ ਨੇ, ਸੇਵਾ ਕਰਦੇ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਮੱਥਾ ਟੇਕ ਕੇ ਚਲੇ ਜਾਂਦੇ ਹਨ। ਸ੍ਰੀ ਅਰਜਨ ਕੋ ਪੁਰ ਆਗਮਨੁ। ਇਸ ਤਰ੍ਹਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਲਾਹੌਰ ਦੀ ਧਰਤੀ ਤੇ ਆਉਣਾ ਹੋਇਆ ਹੈ। ਪਸਰੀ ਸੁਧ ਲਗ ਦੀਰਘ ਭਵਨੁ। ਕਹਿੰਦੇ ਇਸ ਤਰ੍ਹਾਂ ਲਾਹੌਰ ਦੀ ਧਰਤੀ ਤੇ ਭਾਵੇਂ ਕੋਈ ਅਮੀਰ ਹੈ, ਭਾਵੇਂ ਕੋਈ ਗਰੀਬ ਹੈ, ਭਾਵੇਂ ਕੋਈ ਵੱਡਾ ਹੈ, ਭਾਵੇਂ ਕੋਈ ਛੋਟਾ ਹੈ, ਲਾਹੌਰ ਦੀ ਧਰਤੀ ਤੇ ਖਬਰ ਪਹੁੰਚ ਗਈ ਹੈ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਲਾਹੌਰ ਦੀ ਧਰਤੀ ਤੇ ਭਾਈ ਸੱਧੂ ਜੀ ਦੇ ਘਰ ਅੰਦਰ ਬਿਰਾਜਮਾਨ ਹਨ। ਸ਼ਰਧਾ ਸਹਿਤ ਭਾਉ ਕੋ ਤਰ ਤਰ। ਗੁਰੂ ਕੀਆਂ ਸੰਗਤਾਂ ਭਾਵਨਾ ਦੇ ਸਹਿਤ ਪ੍ਰੇਮ ਸ਼ਰਧਾ ਨੂੰ ਧਾਰ ਕਰਕੇ ਜਹਾਂ ਇਹ ਸੰਗਤ ਆਨੰਦ ਕਰ ਕਰ। ਸੰਗਤਾਂ ਜਿਹੜੀਆਂ ਬੜੇ ਆਨੰਦ ਵਿੱਚ, ਭਾਵਨਾ ਦੇ ਵਿੱਚ ਜੋ ਸੋ ਜਸ ਉਚਾਰਤ ਨਰ ਤ੍ਰਿਐ ਕਰ ਕਰ। ਕਹਿੰਦੇ ਭਾਵੇਂ ਕੋਈ ਮਨੁੱਖ ਹੈ, ਭਾਵੇਂ ਕੋਈ ਇਸਤਰੀ ਹੈ, ਘਰਾਂ ਘਰਾਂ ਅੰਦਰ ਸਾਧ ਸੰਗਤ ਜੀ ਮਹਾਰਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਵਡਿਆਈ ਹੋ ਰਹੀ ਹੈ। ਉਪਦੇਸ਼ ਤਨਿਤ ਸਿਮਰੋ ਹਰ ਹਰ। ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸੰਗਤ ਨੂੰ ਕੀ ਹੁਕਮ ਕਰਦੇ ਨੇ ਕਿ ਭਾਈ ਆਪਣੇ ਘਰਾਂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਨਾ ਕਰੋ, ਸਿਮਰਨਾ ਕਰੋ। ਸਿੱਖ ਸੰਗਤ ਲਾਪੁਰੀ ਕੇ ਸਕਲ ਦਰਸ ਕੋ ਆਏ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਲਾਹੌਰ ਦੀ ਧਰਤੀ ਤੇ ਰਹਿਣ ਵਾਲੀਆਂ ਜਿੰਨੀਆਂ ਸੰਗਤਾਂ ਨੇ, ਸਿੱਖ ਸੰਗਤਾਂ ਨੇ, ਉਹ ਸਾਰੀਆਂ ਮਹਾਰਾਜ ਜੀ ਦੇ ਦਰਸ਼ਨਾਂ ਦੇ ਵਾਸਤੇ ਆਈਆਂ ਹਨ। ਵਹਿਰ ਦੂਰ ਕੇ ਸੁਣਤ ਇਤ ਆਣ ਪਏ ਸਮੁਦਾਏ। ਇਸ ਤੋਂ ਇਲਾਵਾ ਸਾਧ ਸੰਗਤ ਜੀ ਇਸ ਇਲਾਕੇ ਦੀਆਂ ਜਿਹੜੀਆਂ ਸੰਗਤਾਂ ਨੇ, ਦੂਰ ਦਰਾਡੇ ਦੀਆਂ, ਉਹਨਾਂ ਨੂੰ ਵੀ ਪਤਾ ਲੱਗਾ ਹੈ ਕਿ ਮਹਾਰਾਜ ਲਾਹੌਰ ਦੀ ਧਰਤੀ ਤੇ ਆਏ ਹਨ। ਉਹ ਵੀ ਸੰਗਤਾਂ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਆ ਰਹੀਆਂ ਹਨ। ਆਨ ਉਪਾਇਨ ਅਰਪੈ ਦਰਸੈ। ਬੜੇ ਭਾਗ ਸੁਣ ਸੁਣ ਉਪਦੇਸ਼। ਆਣ ਕਰਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਤੇ ਭੇਟਾਵਾਂ ਰੱਖਦੇ ਨੇ। ਬਹੁਤ ਪ੍ਰੇਮ ਦੇ ਨਾਲ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉਪਦੇਸ਼ ਨੂੰ ਵਡਭਾਗੀ ਗੁਰਸਿੱਖ ਮਾਈ ਭਾਈ ਸੁਣਦੇ ਹਨ। ਸਤਿਨਾਮ ਕੀ ਔਰ ਲਿਵ ਲਾਗੈ। ਉਹਨਾਂ ਸਾਧ ਸੰਗਤ ਜੀ ਗੁਰੂ ਕੀਆਂ ਸੰਗਤਾਂ ਦੇ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਬਿਰਤੀ ਜੁੜ ਜਾਂਦੀ ਹੈ। ਜਨਮ ਜਨਮ ਕੈ ਕਟਹਿ ਕਲੇਸ਼। ਉਹਨਾਂ ਸਿੱਖਾਂ ਦੇ ਜਨਮ ਜਨਮਾਂਤਰਾਂ ਦੇ ਜਿਹੜੇ ਦੁੱਖ ਹਨ, ਕਲੇਸ਼ ਹਨ, ਮਹਾਰਾਜ ਜੀ ਕੱਟ ਰਹੇ ਹਨ। ਸੁਖ ਅਤੋਲ ਕੋ ਪਾਏ ਨਾ ਡੋਲਹਿ। ਤੇ ਗਰੀਬ ਨਵਾਜ ਕਹਿੰਦੇ ਸਤ ਨਾਮ ਕੀ ਉਰਲਿਵ ਲੱਗ ਹੈ, ਜਨਮ ਜਨਮ ਕੇ ਕਟਹਿ ਕਲੇਸ਼। ਉਹਨਾਂ ਦੇ ਜਨਮ ਜਨਮਾਂਤਰਾਂ ਦੇ ਜਿਹੜੇ ਪਾਪ ਹਨ ਕੱਟੇ ਜਾਂਦੇ ਹਨ। ਸੁਖ ਅਤੋਲ ਕੋ ਪਾਏ ਨਾ ਡੋਲਹਿ, ਬੇਅੰਤ ਸੁਖ ਨੂੰ ਪਾਉਂਦੇ ਨੇ ਤੇ ਵੱਡੇ ਸੁਖ ਨੂੰ ਪਾ ਕੇ ਗੁਰੂ ਕੀ ਸਿੱਖ ਸੰਗਤਾਂ ਡੋਲਦੀਆਂ ਨਹੀਂ ਹਨ। ਅੰਤਰ ਮਨ ਕੈ ਥਰੈ ਵਿਸ਼ੇਸ਼। ਉਹਨਾਂ ਦੇ ਹਿਰਦੇ ਅੰਦਰ ਸਾਧ ਸੰਗਤ ਜੀ ਵਿਸ਼ੇਸ਼ ਕਰਕੇ ਵਾਹਿਗੁਰੂ ਦਾ ਨਾਮ ਜਿਹੜਾ ਹੈ ਵਸ ਜਾਂਦਾ ਹੈ। ਧੰਨ ਧੰਨ ਸ੍ਰੀ ਅਰਜਨ ਸਤਿਗੁਰ। ਸਾਰੀਆਂ ਸਿੱਖ ਸੰਗਤਾਂ ਕਹਿੰਦੀਆਂ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਆਪ ਜੀ ਧੰਨ ਹੋ, ਧੰਨ ਹੋ। ਪ੍ਰਭ ਅਵਤਾਰ ਭਗਤ ਕੇ ਬੇਸ। ਇਹ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਅਵਤਾਰ ਧਾਰਿਆ ਹੈ, ਭਗਤੀ ਦਾ ਹੀ ਸਰੂਪ ਧਾਰਿਆ ਹੈ। ਸਿੱਖਣ ਕੋ ਸਮੁਦਾਇ ਭਇਓ ਬਹੁ। ਇਸ ਤਰ੍ਹਾਂ ਕਹਿੰਦੇ ਬੇਅੰਤ ਗੁਰੂ ਕੀਆਂ ਸੰਗਤਾਂ ਦਾ ਜਿਹੜਾ ਇਕੱਠ ਹੈ ਲਾਹੌਰ ਦੀ ਧਰਤੀ ਤੇ ਪਇਓ ਹੋਇਆ ਹੈ। ਸਤ ਸੰਗਤ ਮਿਲ ਕਰਹਿ ਆਨੰਦ। ਸਾਰੀਆਂ ਸਿੱਖ ਸੰਗਤਾਂ ਜਿਹੜੀਆਂ ਨੇ ਸੰਗਤ ਵਿੱਚ ਬੈਠਦੀਆਂ ਨੇ, ਬਹੁਤ ਆਨੰਦ ਦੇ ਸਹਿਤ ਹੁੰਦੀਆਂ ਹਨ। ਇਕ ਆਵਤ ਇਕ ਜਾਤ ਚਲੇ। ਬੇਅੰਤ ਗੁਰੂ ਕੀਆਂ ਸੰਗਤਾਂ ਸਾਧ ਸੰਗਤ ਜੀ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਆ ਰਹੀਆਂ ਨੇ। ਮੱਥੇ ਟੇਕ ਕਰਕੇ ਗੁਰੂ ਕੀ ਸੰਗਤ ਕਰਕੇ ਬੇਅੰਤ ਗੁਰੂ ਕੀਆਂ ਸੰਗਤਾਂ ਜਾ ਰਹੀਆਂ ਹਨ। ਏਕ ਨਿਕਟ ਰਹਿ ਕੁਮਤ ਨਿਕੰਦ। ਬੜੇ ਗੁਰੂ ਕੀ ਸਿੱਖ ਸੰਗਤਾਂ ਜਿਹੜੀਆਂ ਮਹਾਰਾਜ ਜੀ ਦੇ ਕੋਲ ਰਹਿੰਦੀਆਂ ਹਨ, ਆਪਣੀ ਭੈੜੀ ਮੱਤ ਨੂੰ ਕੱਟਣ ਵਾਸਤੇ, ਨਾਸ ਕਰਨ ਵਾਸਤੇ। ਗਾਏ ਰਬਾਬੀ ਬੜੀ ਰੀਤ ਤੇ। ਗੁਰੂ ਕੇ ਰਬਾਬੀ ਸਿੱਖ ਸਾਧ ਸੰਗਤ ਜੀ ਬਹੁਤ ਪ੍ਰੇਮ ਦੇ ਸਹਿਤ ਗੁਰੂ ਕੇ ਰਬਾਬ ਦੇ ਨਾਲ
ਰਬਾਬੀ ਸਿੱਖ ਕੀਰਤਨ ਕਰਦੇ ਹਨ। ਸੁਣੇ ਸਿੱਖ ਔਰ ਪ੍ਰੇਮ ਬਲੰਦ। ਜਦੋਂ ਗੁਰੂ ਕੇ ਰਬਾਬੀ ਸਿੱਖ ਕੀਰਤਨ ਕਰਦੇ ਨੇ, ਪ੍ਰੇਮ ਦੇ ਨਾਲ ਸਿੱਖ ਸੰਗਤਾਂ ਸੁਣਦੀਆਂ ਹਨ, ਜਿਨ੍ਹਾਂ ਦੇ ਹਿਰਦੇ ਅੰਦਰ ਬੜਾ ਪ੍ਰੇਮ ਪੈਦਾ ਹੁੰਦਾ ਹੈ। ਬਾਣੀ ਪਠੇ ਕੰਠ ਕੋ ਤਾਰਹਿ। ਬੇਅੰਤ ਗੁਰੂ ਕੀਆਂ ਸੰਗਤਾਂ ਸਾਧ ਸੰਗਤ ਜੀ ਗੁਰਬਾਣੀ ਕੰਠ ਜਿਹੜੀਆਂ ਨੇ ਆਪਣੇ ਰੀਝ ਬੀਬਾ ਦੇ ਨਾਲ ਰਸਨਾ ਨਾਲ ਪੜ ਰਹੀਆਂ ਹਨ। ਸਤਿਨਾਮ ਜਸ ਉਜਲ ਚੰਦ। ਅਤੇ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦੀਆਂ ਨੇ, ਸੱਚੇ ਨਾਮ ਦਾ, ਜੋ ਹਿਰਦੇ ਨੂੰ ਉਜਲ ਕਰਨ ਵਾਲਾ ਹੈ, ਪਵਿੱਤਰ ਕਰਨ ਵਾਲਾ ਹੈ। ਇੱਕ ਦਿਨ ਸਤਿਗੁਰ ਚੜ ਕਰ ਖਾਸੇ। ਭਾਈ ਸਾਹਿਬ ਕਹਿੰਦੇ ਇੱਕ ਦਿਨ ਦੀ ਗੱਲ ਹੈ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਪਾਲਕੀ ਵਿੱਚ ਚੜ ਕਰਕੇ ਵੈਰ ਚਲੇ ਰਾਵੀ ਕੇ ਤੀਰ। ਤੇ ਮਹਾਰਾਜ ਸੱਚੇ ਪਾਤਸ਼ਾਹ ਲਾਹੌਰ ਸ਼ਹਿਰ ਨੂੰ ਛੱਡ ਕਰਕੇ ਨਾ ਜਿਹੜੇ ਪਾਸੇ ਰਾਵੀ ਦਰਿਆ ਆ ਉਧਰ ਨੂੰ ਮਹਾਰਾਜ ਸੱਚੇ ਪਾਤਸ਼ਾਹ ਚੱਲੇ ਹਨ। ਨਿੰਦਕ ਚੰਦੂ ਮਿਲਿਓ ਅਗਾਰੀ। ਅਚਨਚੇਤ ਕਹਿੰਦੇ ਜਿਹੜਾ ਪਾਪੀ ਹੈ, ਨਿੰਦਕ ਚੰਦੂ ਹੈ, ਉਹ ਕਹਿੰਦੇ ਮਾਰਗ ਦੇ ਵਿੱਚ ਮਿਲਦਾ ਹੈ। ਸੰਗ ਨਰਨ ਕੀ ਗਨ ਭੀਰ। ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਬੇਅੰਤ ਗੁਰੂ ਕੀਆਂ ਸਿੱਖ ਸੰਗਤਾਂ ਹਨ, ਬਹੁਤ ਵੱਡਾ ਇਕੱਠ ਹੈ। ਬੂਝਨ ਕਰਿਓ ਕੌਣ ਇਹ ਗਮਨਤ। ਚੰਦੂ ਨੇ ਆਪਣੇ ਜਿਹੜੇ ਸਿਪਾਹੀ ਸਨ ਕਹਿਣ ਲੱਗਾ ਇਹ ਕੌਣ ਜਾ ਰਿਹਾ ਹੈ। ਕਾਮਾਧਾਰ ਉਮਰਾਵ ਅਮੀਰ। ਕਹਿਣ ਲੱਗਾ ਕਿ ਕੋਈ ਬਹੁਤ ਵੱਡਾ ਅਹਿਲਕਾਰ ਜਾ ਰਿਹਾ ਹੈ, ਜਾਂ ਫਿਰ ਬਹੁਤ ਵੱਡਾ ਕੋਈ ਵਜ਼ੀਰ ਜਾ ਰਿਹਾ ਹੈ। ਮਾਨਵ ਸੰਗ ਅਨੇਕ ਚਲਤ ਹੈ। ਜਿਨ੍ਹਾਂ ਦੇ ਨਾਲ ਬਹੁਤ ਵੱਡਾ ਇਕੱਠ ਜਾ ਰਿਹਾ ਹੈ, ਬੜੇ ਮਨੁੱਖ ਜਾ ਰਹੇ ਹਨ। ਆਗੇ ਪਾਛੇ ਬਹੁਤ ਬਹੀਰ। ਤੇ ਚੰਦੂ ਆਪਣੇ ਸਿਪਾਹੀਆਂ ਨੂੰ ਪੁੱਛਦਾ ਹੈ ਕਿ ਅੱਗੇ ਪਿੱਛੇ ਇਹਨਾਂ ਦੀ ਬਹੁਤ ਵੱਡੀ ਭੀੜ ਹੈ, ਜਾਂ ਤੇ ਕੋਈ ਬਾਦਸ਼ਾਹ ਦਾ ਵੱਡੇ ਅਹੁਦੇਦਾਰ ਮੁਰਾਤਬੇ ਵਾਲਾ ਜਾ ਰਿਹਾ ਹੈ, ਜਾਂ ਕੋਈ ਅਹਿਲਕਾਰ ਜਾ ਰਿਹਾ ਹੈ। ਬਾਦਸ਼ਾਹ ਕੋ ਹੋਏ ਸਮੀਪੀ। ਤੇ ਮੈਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ, ਚੰਦੂ ਪਾਪੀ ਕਹਿਣ ਲੱਗਾ ਸਿਪਾਹੀਆਂ ਨੂੰ ਕਿ ਇਹ ਬਾਦਸ਼ਾਹ ਦੇ ਬਹੁਤ ਕੋਈ ਨੇੜੇ ਹੈ। ਕਹਿ ਚਾਕਰ ਹੋਏ ਅਲਪ ਵਿਸਾਲ। ਜਾਂ ਫਿਰ ਕੋਈ ਬਹੁਤ ਵੱਡਾ ਚਾਕਰ ਹੋਵੇਗਾ। ਸੋ ਮੋਜਨ ਮੋਹ ਕਰਤ ਮਿਲ। ਗਮਨਤ ਮਾਨੈ ਆਣ ਉਲੰਘਤ ਤਕਾਲ। ਫਿਰ ਚੰਦੂ ਵਿਚਾਰਦਾ ਹੈ ਕਿ ਜੇ ਕੋਈ ਬਹੁਤਾ ਵੱਡਾ ਹੋਏ ਚਾਹੇ ਛੋਟਾ ਹੋਵੇ, ਮੇਰਾ ਵੀ ਉਹਦਾ ਬਹੁਤ ਵੱਡਾ ਹੈ, ਮੈਂ ਬਾਦਸ਼ਾਹ ਦਾ ਦੀਵਾਨ ਹਾਂ, ਉਹਨੇ ਮੇਰਾ ਸਤਿਕਾਰ ਕਰਨਾ ਸੀ, ਮੈਨੂੰ ਮਿਲ ਕਰਕੇ ਜਾਣਾ ਸੀ। ਇਸ ਤਰ੍ਹਾਂ ਸਾਧ ਸੰਗਤ ਜੀ ਚੰਦੂ ਜਿਹੜਾ ਹੈ ਵਿਚਾਰਦਾ ਹੈ। ਸੁਣ ਦੌਰ ਇੱਕ ਨਰ ਸਿੱਖ ਬੂਝੇ। ਜਦੋਂ ਇੱਕ ਸਿਪਾਹੀ ਦੌੜ ਕੇ ਆਇਆ ਹੈ, ਉਹਨੇ ਸਿੱਖ ਨੂੰ ਪੁੱਛਣਾ ਕੀਤਾ ਹੈ। ਕੋ ਇਹ ਜਾਤ ਬਰਿੰਦ ਨਰ ਨਾਲ। ਸਿੱਖ ਨੂੰ ਕਹਿਣ ਲੱਗਾ ਇਹ ਕੌਣ ਨੇ ਜਿਨ੍ਹਾਂ ਦੇ ਨਾਲ ਬਹੁਤ ਵੱਡਾ ਇਕੱਠ ਹੈ। ਥਿਰ ਹੋਏ ਕਰਿਓ ਬਤਾਵਣ ਤਿਸਨੇ। ਉਹ ਸਿੱਖ ਰੁਕ ਗਿਆ ਹੈ ਤੇ ਜਿਹੜਾ ਸਿਪਾਹੀ ਹੈ ਉਸ ਨੂੰ ਦੱਸਣ ਲੱਗਾ, ਕਹਿਣ ਲੱਗਾ ਸ੍ਰੀ ਅਰਜਨ ਸਤਿਗੁਰ ਕਿਰਪਾਲ। ਇਹ ਕਿਰਪਾਲੂ ਦਿਆਲੂ ਪਾਤਸ਼ਾਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਹਨ। ਆਨ ਬਤਾਇਓ ਚੰਦੂ ਕੋ ਤਿਨ। ਉਹ ਸਿਪਾਹੀ ਦੌੜ ਕੇ ਆਇਆ, ਆਪੂ ਚੰਦੂ ਦੇ ਤਾਈ ਕਹਿਣ ਲੱਗਾ। ਸੁਣਤ ਜਰਿਓ ਮਨ ਮੈਂ ਦੁਖ ਪਾਏ। ਜਦੋਂ ਚੰਦੂ ਨੂੰ ਪਤਾ ਲੱਗਾ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਹਨ, ਸਾਧ ਸੰਗਤ ਜੀ ਪਾਪੀ ਜਿਹੜਾ ਹੈ ਹਿਰਦੇ ਵਿੱਚ ਬਹੁਤ ਦੁਖੀ ਹੋਇਆ ਹੈ, ਸੜ ਗਿਆ ਹੈ। ਮਮਰੇ ਪਫਰੇ ਦਿਖਾਏ ਪ੍ਰਤਾਪੂ। ਇਹ ਕਹਿਣ ਲੱਗਾ ਕਿ ਮੇਰੇ ਹੁੰਦਿਆਂ ਲਾਹੌਰ ਦੀ ਧਰਤੀ ਤੇ ਆਪਣਾ ਪ੍ਰਤਾਪ ਵਿਖਾਉਂਦਾ ਹੈ। ਬਹੁਤੇ ਮਾਨਵ ਸੰਗ ਤੇ ਲਗਾਏ। ਬਹੁਤ ਜਿਹੜੇ ਮਨੁੱਖ ਹਨ ਸ਼ਰਧਾਲੂ ਆਪਣੇ ਪਿੱਛੇ ਲਾਏ ਹੋਏ ਹਨ। ਮੈਂ ਨਿਤ ਚਿੰਤਾ ਕੇ ਬਸ ਦੁਰਬਲ। ਚੰਦੂ ਕੀ ਕਹਿਣ ਲੱਗਾ ਕਿ ਮੈਨੂੰ ਤੇ ਰਾਤ ਦਿਨ ਚਿੰਤਾ ਬਣੀ ਰਹਿੰਦੀ ਹੈ, ਮੈਂ ਬੜਾ ਕਮਜ਼ੋਰ ਹੋ ਗਿਆ ਹਾਂ। ਇਹ ਨਿਚਿੰਤ ਵਿਚਰਤ ਹਰ ਖਾਏ। ਇਹ ਗੁਰੂ ਅਰਜਨ ਸਾਹਿਬ ਜੀ ਜਿਨ੍ਹਾਂ ਨੂੰ ਕੋਈ ਚਿੰਤਾ ਨਹੀਂ ਹੈ, ਕੋਈ ਫਿਕਰ ਨਹੀਂ ਹੈ, ਚਿੰਤਾ ਦੇ ਸਹਿਤ ਹੋ ਕੇ ਵਿਚਰ ਰਹੇ ਹਨ। ਤਿਕ ਜੀਵਨ ਮਮ ਬੁੱਧ ਬਲ ਥਿਕੋ। ਕਹਿਣ ਲੱਗਾ ਮੇਰੇ ਜੀਵਨ ਨੂੰ ਤ੍ਰਿਗਾਕਾਰ ਹੈ, ਮੇਰੀ ਬੁੱਧੀ ਨੂੰ ਤ੍ਰਿਗਾਕਾਰ ਹੈ, ਮੇਰੀ ਤਾਕਤ ਨੂੰ ਤ੍ਰਿਗਾਕਾਰ ਹੈ। ਸਰੇ ਨਾ ਕੁਛ ਬਹੁ ਕਰੇ ਅਪਾਏ। ਕਹਿਣ ਲੱਗਾ ਮੈਂ ਬੜੇ ਯਤਨ ਕੀਤੇ ਇਹਨਾਂ ਨੂੰ ਖਤਮ ਕਰਨ ਵਾਸਤੇ, ਪਰ ਮੇਰੇ ਪਾਸੋਂ ਕੋਈ ਹੀਲਾ ਨਹੀਂ ਹੋਇਆ, ਕੋਈ ਵਸੀਲਾ ਨਹੀਂ ਹੋਇਆ। ਤੁਰਤ ਤੋਰ ਅਸਵਾਰੀ ਗਮਨਿਓ। ਬੜੀ ਛੇਤੀ ਨਾਲ ਸਾਧ ਸੰਗਤ ਜੀ ਘੋੜੇ ਤੇ ਬੈਠ ਕਰਕੇ ਤੇ ਚੱਲ ਪਿਆ ਹੈ। ਆਜ ਕਹੋ ਸ਼ੁੱਧ ਸਾਹੂ ਕੇ ਤੀਰ। ਕਹਿਣ ਲੱਗਾ ਕਿ ਅੱਜ ਮੌਕਾ ਮਿਲਿਆ ਹੈ, ਮੈਂ ਜਹਾਂਗੀਰ ਬਾਦਸ਼ਾਹ ਦੇ ਪਾਸ ਜਾ ਕੇ ਸਾਰੀ ਵਾਰਤਾ ਦੱਸਾਂਗਾ। ਉਤਰਿਓ ਕਰਤ ਸਲਾਮ ਗਇਓ ਠੇਗਾ। ਸਾਧ ਸੰਗਤ ਜੀ ਘੋੜੇ ਤੋਂ ਉਤਰਿਆ ਹੈ, ਜਾ ਕਰਕੇ ਜਹਾਂਗੀਰ ਬਾਦਸ਼ਾਹ ਨੂੰ ਸਲਾਮ ਕੀਤੀ ਹੈ। ਰਿਸ਼ਤੇ ਧਰੇ ਨਾ ਕਿਮ ਔਰ ਤੀਰ। ਹਿਰਦੇ ਵਿੱਚ ਬਹੁਤ ਗੁੱਸਾ ਹੈ, ਕਿਸੇ ਵੀ ਢੰਗ ਨਾਲ ਹੌਸਲਾ ਧੀਰਜ ਨਹੀਂ ਆ ਰਹੀ। ਕਹਿ ਪ੍ਰਸੰਗ ਕੁਛ ਹਜਰਤ ਕੋ ਤਬ। ਜਦੋਂ ਸਾਧ ਸੰਗਤ ਜੀ ਜਾ ਕਰਕੇ ਜਹਾਂਗੀਰ ਬਾਦਸ਼ਾਹ ਨੂੰ ਕੁਝ ਵਾਰਤਾ ਦੱਸੀ ਹੈ। ਨਿਜ ਦੇਸ਼ ਰੁਖ ਫੇਰਿਓ ਨਹਿ ਪੀਰ। ਚੰਦੂ ਪਾਪੀ ਕੀ ਕਹਿਣ ਲੱਗਾ, ਬਾਦਸ਼ਾਹ ਜੀ ਉਹਨਾਂ ਨੇ ਆਪ ਜੀ ਦੀ ਪਰਵਾਹ ਨਹੀਂ ਕੀਤੀ ਹੈ। ਕਰ ਜੋਰੇ ਉਚਰਤ ਦੁਰਮ ਕੋ। ਤਦੋਂ ਸਾਧ ਸੰਗਤ ਜੀ ਦੋਨੋਂ ਹੱਥ ਜੋੜਦਾ ਹੈ ਪਾਪੀ,
ਬਹੁਤ ਵੱਲ ਛਲ ਕਰਕੇ ਬਾਦਸ਼ਾਹ ਜਹਾਂਗੀਰ ਨੂੰ ਕਹਿ ਰਿਹਾ ਹੈ। ਅਬ ਆਇਓ ਪੁਰ ਸਿੱਖਣ ਪੀਰ, ਸਿੱਖਾਂ ਦਾ ਜਿਹੜਾ ਪੀਰ ਹੈ ਗੁਰੂ ਅਰਜਨ ਸਾਹਿਬ ਜੀ, ਉਹ ਲਾਹੌਰ ਦੀ ਧਰਤੀ ਤੇ ਆਏ ਹੋਏ ਹਨ। ਤੁਮ ਟਿਕ ਆਵਣ ਕਰਿਓ ਨਾ ਆਬੀ, ਪਾਪੀ ਚੰਦੂ ਕਹਿਣ ਲੱਗਾ ਬਾਦਸ਼ਾਹ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਪ ਜੀ ਦੇ ਕੋਲ ਨਹੀਂ ਆਏ। ਹਿੰਦਨ ਤੇ ਭਜਤ ਪਾਵਤ ਪਾਏ, ਬਹੁਤ ਜਿਹੜੇ ਹਿੰਦੂ ਹਨ ਉਹਨਾਂ ਦੇ ਚਰਨਾਂ ਦੀ ਪੂਜਾ ਕਰ ਰਹੇ ਹਨ। ਨਿਤ ਪ੍ਰਤ ਤਨ ਅਨਗਿਣਤ ਆਮਦਨ, ਬੇਅੰਤ ਜਿਹੜੇ ਸਿੱਖ ਸੰਗਤਾਂ ਨੇ ਉਹਨਾਂ ਦੇ ਪਾਸ ਜਾ ਰਹੀਆਂ ਨੇ। ਬੇਅੰਤ ਜਿਹੜਾ ਧਨ ਹੈ ਉਹਨਾਂ ਨੂੰ ਹੋ ਰਿਹਾ ਹੈ। ਧਨੀ ਪਇਓ ਔਰ ਗਰਭ ਵਧਾਏ, ਚੰਦੂ ਪਾਪੀ ਜਹਾਂਗੀਰ ਬਾਦਸ਼ਾਹ ਨੂੰ ਕਹਿ ਰਿਹਾ ਹੈ ਕਿ ਗੁਰੂ ਅਰਜਨ ਸਾਹਿਬ ਜੀ ਦੇ ਪਾਸ ਬੜਾ ਧਨ ਹੋ ਚੁੱਕਾ ਹੈ, ਜਿਸ ਕਰਕੇ ਉਹਨਾਂ ਨੂੰ ਬੜਾ ਹੰਕਾਰ ਹੈ, ਉਹ ਤੁਹਾਡੇ ਪਾਸ ਚੱਲ ਕੇ ਨਹੀਂ ਆਏ। 2 ਲੱਖ ਕੋ ਦੰਡ ਲਖੇ ਕਿਆ, ਤਤ ਸ਼ਨ ਲੈ ਦੈ ਹੋ ਇਸ ਥਾਏ। ਚੰਦੂ ਜਹਾਂਗੀਰ ਬਾਦਸ਼ਾਹ ਨੂੰ ਕਹਿਣ ਲੱਗਾ ਕਿ ਤੁਸੀਂ 2 ਲੱਖ ਰੁਪਈਆ ਉਹਨਾਂ ਨੂੰ ਸਜ਼ਾ ਲਾਈ ਹੈ ਨਾ, ਦੰਡ ਲਾਇਆ ਹੈ, ਉਹਨਾਂ ਵਾਸਤੇ 2 ਲੱਖ ਵੀ ਕੋਈ ਬਹੁਤਾ ਨਹੀਂ ਹੈ। ਉਹ ਤੇ ਤੁਹਾਨੂੰ ਇੱਥੋਂ ਹੀ ਇਕੱਠੇ ਕਰਕੇ ਸਿੱਖ ਸੰਗਤਾਂ ਦੇ ਪਾਸੋਂ ਦੇ ਦੇਣਗੇ। ਆਪ ਸਿਫਾਰਿਸ਼ ਕਰੋ ਨਾ ਸੁਣੀ ਤੇ ਹੈ, ਆਪ ਜੀ ਮੇਰੀ ਫਰਿਆਦ ਨੂੰ ਸੁਣੋ ਕਿ ਆਪ ਜੀ ਕਿਸੇ ਦੀ ਸਿਫਾਰਿਸ਼ ਨੂੰ, ਕਿਸੇ ਦੀ ਬੇਨਤੀ ਨੂੰ ਸੁਣਿਓ ਨਾ। ਤੋ ਤਸ ਕਰ ਰਖੈ ਨਾ ਡਰ ਪਾਏ, ਜੇਕਰ ਕਿ ਆਪ ਜੀ ਨੇ ਕਿਸੇ ਦੀ ਫਰਿਆਦ ਸੁਣ ਲਈ, ਫਿਰ ਉਹ ਬਹੁਤ ਤਸਕਰ ਰੱਖਣਗੇ, ਤੁਹਾਨੂੰ ਡਰ ਦੇਣਗੇ। ਸੁਖੀ ਬਸੈ ਕੋ ਦੇਸ਼ ਬਹੋਰ, ਸਭ ਕਰੋ ਬੁਲਾਵਣ ਤੋ ਚਲ ਮੇਰੀ ਆਏ। ਤੇ ਇਹੀ ਬੇਨਤੀ ਹੈ ਕਿ ਉਹਨਾਂ ਨੂੰ ਆਪ ਜੀ ਬੁਲਾਉਣਾ ਕਰੋ, ਡਰ ਦਿਓ, ਜਿਸ ਕਰਕੇ ਉਹ ਆਪਣੇ ਪਾਸ ਕੋਈ ਧਾਵੜੀ ਚੋਰ ਨਾ ਰੱਖਣ। ਨਿਤ ਸਿੱਖਣ ਤੇ ਲੈ ਕਰ ਧਨ ਕੋ, ਚੰਦੂ ਪਾਪੀ ਕੀ ਕਹਿੰਦਾ ਹੈ? ਸਿੱਖ ਸੰਗਤਾਂ ਦੇ ਪਾਸੋਂ ਨਿਤਾ ਪ੍ਰਤੀ ਧਨ ਲੈ ਕਰਕੇ ਆਪਣੀ ਪੁਰੀ ਪ੍ਰਵੇਸ਼ ਤੇ ਜਾਏ। ਆਪਣੀ ਨਗਰੀ ਪਾਵ ਡਿਠੇ ਸਭੇ ਥਾਵ ਨਹੀਂ ਤੁਧ ਜਿਹਿਆ, ਬੱਧੋ ਪੁਰਖ ਵਿਦਾਤੇ ਤਾਤੂ ਸੋਹਿਆ। ਆਪਣੀ ਨਗਰੀ ਵਿੱਚ ਜਾ ਕੇ ਪ੍ਰਵੇਸ਼ ਹੋ ਜਾਣਗੇ। ਨਿਰਭੈ ਹੋਏ ਤੁਮ ਤੇ ਬਹੁ ਰਾਖਿਓ, ਚੰਦੂ ਪਾਪੀ ਕਹਿਣ ਲੱਗਾ ਕਿ ਉਹਨਾਂ ਨੇ ਆਪ ਜੀ ਦਾ ਪਹਿ ਨਹੀਂ ਮੰਨਿਆ ਹੈ। ਸ਼ਹਿਜ਼ਾਦਾ ਦੇਸ ਜੋ ਨਿਕਸਾਏ, ਕਿ ਬਾਦਸ਼ਾਹ ਜੀ ਆਪ ਜੀ ਨੇ ਆਪਣੇ ਪੁੱਤਰ ਖੁਸਰੋ ਨੂੰ ਦੇਸ਼ ਨਿਕਾਲਾ ਦਿੱਤਾ ਹੈ, ਉਹਨਾਂ ਨੇ ਆਪਣੇ ਪਾਸ ਰੱਖਿਆ। ਪਾਏ ਤਦਾਰਤ ਤਉ ਚਿਤ ਸਮਝ ਹੈ, ਇਸ ਕਰਕੇ ਆਪ ਜੀ ਸਮਾਂ ਪਾ ਕੇ ਬਹੁਤ ਤਕੜੀ ਜਿਹੜੀ ਸਜ਼ਾ ਹੈ ਦੇਣਾ ਕਰੋ। ਸ਼ਾਹੋ ਅਵਗਿਆ ਇਮ ਦੁਖ ਦਾਏ। ਇਸ ਤਰ੍ਹਾਂ ਪਤਾ ਲੱਗੇ ਕਿ ਮੈਂ ਬਾਦਸ਼ਾਹ ਦੀ ਅਵਗਿਆ ਕੀਤੀ ਹੈ, ਮੈਨੂੰ ਬਹੁਤ ਵੱਡਾ ਦੁੱਖ ਮਿਲਿਆ ਹੈ। ਇੱਕ ਦੋਏ ਅਪਰ ਸ਼ਾਹ ਕੇ ਨਿਗਟੀ, ਚਲੋ ਸਾਧ ਸੰਗਤ ਜੀ, ਜਹਾਂਗੀਰ ਬਾਦਸ਼ਾਹ ਦੇ 1-2 ਜਿਹੜੇ ਸਿਪਾਹੀ ਹਨ, ਬੜੇ ਨੇੜੇ ਹਨ ਅਹਿਲਕਾਰ, ਧਨ ਦੇ ਕੀਨੇ ਆਪਣ ਸਹਾਏ। ਚੰਦੂ ਪਾਪੀ ਨੇ ਉਹਨਾਂ ਨੂੰ ਧਨ ਦਿੱਤਾ ਹੋਇਆ ਹੈ, ਉਹ ਵੀ ਕਹਿੰਦੇ ਚੰਦੂ ਦੀ ਮਦਦ ਕਰਦੇ ਹਨ। ਸੋ ਅਮਰਾਵ ਕਹਿਣ ਤਬ ਲਾਗੇ, ਉਹ ਜਿਹੜੇ ਉਮਰਾਜ਼ ਸੀ ਅਹਿਲਕਾਰ ਕਹਿਣ ਲੱਗੇ ਬਾਦਸ਼ਾਹ ਜੀ, ਚੰਦੂ ਸ਼ਾਹੋ ਸੁਮਤ ਕਿ ਦਿਖਾਏ। ਇਹ ਜਿਹੜਾ ਚੰਦੂ ਦੀਵਾਨ ਹੈ ਇਹਦੀ ਬੁੱਧੀ ਬੜੀ ਹੈ, ਬਹੁਤ ਸਿਆਣਾ ਹੈ, ਦੇਸ਼ ਦੁਖੀ ਦਿਖ ਦੋਖ ਲਖੇ ਔਰ, ਕਿਉਂਕਿ ਇਹਨੇ ਦੇਸ਼ ਨੂੰ ਦੁਖੀ ਵੇਖਿਆ ਹੈ, ਜਿਸ ਕਰਕੇ ਦਾ ਹਿਰਦਾ ਬੜਾ ਦੁਖੀ ਹੋ ਰਿਹਾ ਹੈ। ਬਾਰ ਬਾਰ ਸੋ ਅਰਜ ਕਰਾਏ। ਵਾਰ-ਵਾਰ ਤੁਹਾਡੇ ਚਰਨਾਂ ਤੇ ਬੇਨਤੀਆਂ ਕਰਦਾ ਹੈ, ਜੁਦਨੀਆਂ ਕਰਦਾ ਹੈ। ਆਪ ਹਦੂਰ ਹਕਾਰ ਨਿਹਾਰੋ, ਆਪ ਜੀ ਗੁਰੂ ਅਰਜਨ ਸਾਹਿਬ ਜੀ ਨੂੰ ਕੋਲ ਸੱਦ ਕੇ ਤੇ ਵੇਖਣਾ ਕਰੋ। ਕਹੋ ਨਾ ਕੁਛ ਮਗ ਪੁਛੋ ਖੁਦਾਏ। ਉਹਨਾਂ ਦੇ ਪਾਸੋਂ ਕੁਝ ਕਹਿਓ ਨਾ, ਉਹਨਾਂ ਨੂੰ ਪੁੱਛਿਓ ਨਾ। ਜੇ ਪੁੱਛਣਾ ਹੈ ਖੁਦਾ ਦਾ ਜਿਹੜਾ ਮਾਰਗ ਹੈ, ਰਸਤਾ ਪੁੱਛ ਲੈਣਾ ਕਰੋ। ਦੰਡ ਦੀਵਾਨ ਸੋ ਲਹਿ ਨਬੇ ਰਹਿ, ਜਿਹੜਾ ਦੰਡ ਦੀ ਗੱਲ ਹੈ ਤੇ ਤੁਹਾਡਾ ਜਿਹੜਾ ਦੀਵਾਨ ਚੰਦੂ ਹੈ ਆਪੇ ਲੈ ਲਵੇਗਾ। ਦੋਸ਼ ਤੇ ਸੰਕਟ ਜਿਹੇ, ਇਸ ਕਰਕੇ ਬਾਦਸ਼ਾਹ ਜੀ ਆਪ ਜੀ ਨੂੰ ਕੋਈ ਦੋਸ਼ ਪਾਪ ਨਹੀਂ ਲੱਗੇਗਾ। ਸੁਣਤ ਤਿਸ ਬਾਕ ਵਿਸਰਜਨ ਕਰੀਐ। ਜਦੋਂ ਸਾਧ ਸੰਗਤ ਜੀ ਅਹਿਲਕਾਰਾਂ ਦੇ ਬੋਲ ਸੁਣੇ ਹਨ ਚੰਦੂ ਦੇ ਪਾਪੀ ਨੇ, ਤੁਮਹੁ ਨਾ ਲੇਪ ਲਗੈ ਬਿਦ ਤੇ ਏ। ਜਿਹੜੇ ਚੰਦੂ ਦੇ ਨਾਲ ਅਹਿਲਕਾਰ ਕਹਿਣ ਲੱਗੇ ਬਾਦਸ਼ਾਹ ਤੁਹਾਨੂੰ ਕੋਈ ਸਜ਼ਾ ਨਹੀਂ ਲੱਗੇਗੀ, ਪਾਪ ਨਹੀਂ ਲੱਗੇਗਾ। ਚੰਦੂ ਔਰ ਅਮਰਾਵਣ ਰੁਖ ਲਖ, ਜਦੋਂ ਸਾਧ ਸੰਗਤ ਜੀ ਚੰਦੂ ਦੀਵਾਨ ਅਤੇ ਅਹਿਲਕਾਰਾਂ ਦੇ ਰੁਖ ਨੂੰ ਵੇਖ ਕਰਕੇ ਸ਼ੌਰ ਦੇ ਵੀ ਚਾਹ ਕਰੇ। ਜਦੋਂ ਸਾਧ ਸੰਗਤ ਜੀ ਬਾਦਸ਼ਾਹ ਦੇ ਹਿਰਦੇ ਅੰਦਰ ਵੀ ਇੱਛਾ ਹੋਈ ਹੈ ਦਰਸ਼ਨ ਕਰੋ ਆਚਾਰਨ ਸੁਨਹੁ, ਕਿ ਮੈਂ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਦਰਸ਼ਨ ਕਰਾਂ, ਉਹਨਾਂ ਦੀ ਉਪਦੇਸ਼ ਨੂੰ ਸੁਣਾ। ਨਿੰਦਾ ਸਿਫਤੀ ਬਹੁ ਜਿਸ ਤੇ ਕੇ, ਮੈਂ ਸੁਣਦਾ ਹਾਂ ਕਿ ਉਹਨਾਂ ਦੀ ਬਹੁਤ ਨਿੰਦਿਆ ਵੀ ਹੋ ਰਹੀ ਹੈ ਤੇ ਉਹਨਾਂ ਦੀ ਵਡਿਆਈ ਵੀ ਬੜੀ ਹੋ ਰਹੀ ਹੈ। ਨਿਕਟ ਵਜ਼ੀਰ ਖਾਨ ਕੋ ਦੇਖਿਓ, ਜਦੋਂ ਸਾਧ ਸੰਗਤ ਜੀ ਜਹਾਂਗੀਰ ਬਾਦਸ਼ਾਹ ਨੇ ਆਪਣੇ ਨੇੜੇ ਵਜ਼ੀਰ ਖਾਨ ਨੂੰ ਵੇਖਿਆ ਹੈ, ਕਹਿਓ ਤਾਹੇ ਕਹਿ ਸਤਿਗੁਰ ਆਣ। ਵਜ਼ੀਰ ਖਾਨ ਨੂੰ ਹੁਕਮ ਕੀਤਾ ਬਾਦਸ਼ਾਹ ਜਹਾਂਗੀਰ ਨੇ
ਕਿ ਆਪ ਜੀ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਲੈ ਕੇ ਆਓ। ਸੁਣ ਆਇਸ ਕੋ ਤਤ ਸ਼ਨ ਗਮਨਿਓ। ਕਹਿੰਦੇ ਵਜ਼ੀਰ ਖਾਨ ਬਾਦਸ਼ਾਹ ਦੀ ਆਗਿਆ ਨੂੰ ਸੁਣ ਕੇ ਬੜੀ ਛੇਤੀ ਨਾਲ ਚੱਲ ਪਿਆ। ਜਿਸ ਥਲ ਸ੍ਰੀ ਅਰਜਨ ਭਗਵਾਨ। ਜਿਹੜੀ ਜਗ੍ਹਾ ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀਵਾਂ ਦਾ ਭਲਾ ਕਰ ਰਹੇ ਹਨ। ਤਰ ਅਕੋਰ ਕੋ ਕਰੇ ਨਿਹੋਰਨ। ਉਦੋਂ ਸਾਧ ਸੰਗਤ ਜੀ ਵਜ਼ੀਰ ਖਾਨ ਨੇ ਮਹਾਰਾਜ ਜੀ ਦੇ ਚਰਨਾਂ ਅੰਦਰ ਭੇਟਾ ਰੱਖੀ ਹੈ। ਭੇਟਾ ਰੱਖਣ ਤੋਂ ਬਾਅਦ ਮਹਾਰਾਜ ਜੀ ਦੇ ਦਰਸ਼ਨ ਕੀਤੇ ਹਨ। ਹਾਥ ਜੋਰ ਜੁਗ ਬੰਧਨ ਠਾਨੀ। ਦੋਨੋਂ ਹੱਥ ਜੋੜ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਨਮਸਕਾਰ ਕੀਤੀ, ਮੱਥਾ ਟੇਕਿਆ। ਧੰਨ ਧੰਨ ਤਮ ਗਿਰਾ ਧੰਨ ਹੈ। ਕਹਿਣ ਲੱਗੇ ਸੱਚੇ ਪਾਤਸ਼ਾਹ ਆਪ ਜੀ ਧੰਨ ਹੋ, ਆਪ ਜੀ ਦੀ ਬਾਣੀ ਧੰਨ ਹੈ, ਆਪ ਜੀ ਦਾ ਉਪਦੇਸ਼ ਧੰਨ ਹੈ। ਜੇ ਸੁਣ ਦੁਖ ਤੇ ਉਬਰੇ ਪ੍ਰਾਨ। ਇਹ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਦੀ ਬਾਣੀ ਸੁਣ ਕੇ ਮੇਰੇ ਪ੍ਰਾਣ ਨਿਕਲਦੇ ਜਾ ਰਹੇ ਸਨ। ਆਪ ਜੀ ਦੀ ਬਾਣੀ ਸੁਣ ਕੇ ਮਹਾਰਾਜ ਮੈਂ ਜਿਉਂਦਾ ਹਾਂ। ਭਇਓ ਜਲੋਦਰ ਔ ਬਹੁ ਪੀਰਾ। ਜਦੋਂ ਸਾਧ ਸੰਗਤ ਜੀ ਇੱਕ ਸਮਾਂ ਸੀ, ਇਸ ਵਜ਼ੀਰ ਖਾਨ ਨੂੰ ਰੋਗ ਹੋ ਗਿਆ ਸੀ ਜਲੋਦਰ ਦਾ ਬਹੁਤ ਵੱਡਾ। ਨਿਸਬਾਸਰ ਵਿਆਕਲ ਤਾ ਤੇ ਪਾਏ। ਸੱਚੇ ਪਾਤਸ਼ਾਹ ਮਹਾਰਾਜ ਮੈਂ ਰਾਤ ਦਿਨ ਬੜਾ ਦੁਖੀ ਹੁੰਦਾ ਸੀ ਇਸ ਰੋਗ ਕਰਕੇ। ਹਾਏ ਹਾਏ ਕਰ ਪਰਿਓ ਪੁਕਾਰਤ। ਮੈਂ ਬਹੁਤ ਉੱਚੀ ਉੱਚੀ ਹਾਏ ਹਾਏ ਇਸ ਤਰ੍ਹਾਂ ਪੁਕਾਰਦਾ ਸੀ। ਇਸ ਹਕੀਮ ਤੇ ਸ਼ਾਂਤ ਨਾ ਆਏ। ਕਿਸੇ ਵੀ ਸੱਚੇ ਪਾਤਸ਼ਾਹ ਜੀ ਉਹ ਵੈਦ ਦੇ ਪਾਸੋਂ ਹਕੀਮ ਦੇ ਪਾਸੋਂ ਰੋਗ ਠੀਕ ਨਹੀਂ ਹੋਇਆ। ਪਾਠ ਸੁਖਮਣੀ ਤੇ ਸੁਣ ਸੁਖ ਭਾ। ਇਹ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਸੁਖਮਣੀ ਸਾਹਿਬ। ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਗਰੀਬ ਨਵਾਜ ਆਪ ਜੀ ਦੀ ਬਾਣੀ ਨੂੰ ਮੈਂ ਸੁਣਨਾ ਕੀਤਾ। ਵਿਆਦ ਗਈ ਤਤਕਾਲ ਨਸਾਏ। ਆਪ ਜੀ ਦੀ ਕਿਰਪਾ ਦੇ ਸਦਕਾ ਮਹਾਰਾਜ ਬੜੀ ਛੇਤੀ ਨਾਲ ਮੇਰਾ ਜਿਹੜਾ ਰੋਗ ਸੀ ਦੂਰ ਹੋ ਗਿਆ, ਖਤਮ ਹੋ ਗਿਆ। ਚੰਦੂ ਚਾਰੀ ਕਰਤ ਆਪ ਕੀ। ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਅੰਦਰ ਸਾਧ ਸੰਗਤ ਜੀ ਵਜ਼ੀਰ ਖਾਂ ਬੇਨਤੀ ਕਰਦਾ ਹੈ, ਮਹਾਰਾਜ ਜਿਹੜਾ ਪਾਪੀ ਚੰਦੂ ਹੈ ਤੁਹਾਡੇ ਨਾਲ ਮਹਾਰਾਜ ਬੜਾ ਈਰਖਾ ਕਰਦਾ ਹੈ। ਬਹੁਤ ਦਿਨ ਬੀਤੇ ਕਰਤ ਉਪਾਏ। ਬੜਾ ਸਮਾਂ ਹੋ ਗਿਆ ਮਹਾਰਾਜ ਆਪ ਜੀ ਨੂੰ ਫੜਾਉਣ ਦੇ ਵਾਸਤੇ, ਸਜ਼ਾ ਦੇਣ ਵਾਸਤੇ ਬੜੇ ਯਤਨ ਕਰ ਰਿਹਾ ਹੈ। ਬਾਰ ਬਾਰ ਸੁਨ ਸਾਹੋ ਵਿੱਚ ਲਗਾ। ਵਾਰ-ਵਾਰ ਇਹਦੀ ਫਰਿਆਦਾਂ ਨੂੰ ਸੁਣ ਕੇ ਜਿਹੜਾ ਬਾਦਸ਼ਾਹ ਹੈ ਉਹ ਵੀ ਕੰਫਿਊਜ਼ ਹੋ ਗਿਆ ਹੈ। ਪੁਨ ਅਮਰਾਵ ਸਹਾਏ ਦੀਵਾਨ। ਫਿਰ ਸੱਚੇ ਪਾਤਸ਼ਾਹ ਚੰਦੂ ਪਾਪੀ ਨੇ ਕੁਝ ਮਾਇਆ ਦੇ ਕੇ ਜਿਹੜੇ ਬਾਦਸ਼ਾਹ ਦੇ ਅਹਿਲਕਾਰ ਨੇ, ਵੱਡੇ ਨੁਮਾਇੰਦੇ ਨੇ, ਉਹਨਾਂ ਨੂੰ ਵੀ ਆਪਣੀ ਬੋਲੀ ਸਿਖਾਈ ਹੈ। ਚਾਹੇ ਕਹਾਵਤ ਪਰਮ ਅਪਾਵਤ। ਇਹ ਸੱਚੇ ਪਾਤਸ਼ਾਹ ਮਹਾਰਾਜ ਚੰਦੂ ਵੀ ਕਹਿ ਰਿਹਾ ਹੈ, ਨਾਲ ਦੇ ਅਹਿਲਕਾਰ ਵੀ ਕਹਿ ਰਹੇ ਨੇ, ਬਾਦਸ਼ਾਹ ਨੂੰ ਭਰਮ ਦੇ ਵਿੱਚ ਪਾ ਦਿੱਤਾ ਹੈ। ਇਹ ਸੁਨਾਵਤ ਦੁਸ਼ਟ ਮਹਾਨ। ਇਸ ਤਰ੍ਹਾਂ ਸੱਚੇ ਪਾਤਸ਼ਾਹ ਮਹਾਨ ਦੁਸ਼ਟ ਪਾਪੀ ਚੰਦੂ ਜਿਹੜਾ ਹੈ ਆਪ ਜੀ ਨਾਲ ਈਰਖਾ ਕਰਦਾ ਹੈ। ਚਾਹੇ ਕਹਾਵਤ ਪਰਮ ਅਪਾਵਤ। ਸੱਚੇ ਪਾਤਸ਼ਾਹ ਕਹਿਣ ਕਰਕੇ, ਸੁਣ ਕਰਕੇ ਬਾਦਸ਼ਾਹ ਦੇ ਮਨ ਅੰਦਰ ਸ਼ੰਕਾ ਪੈਦਾ ਹੋ ਗਈ। ਇਹ ਸੁਨਾਵਤ ਦੁਸ਼ਟ ਮਹਾਨ। ਇਸ ਤਰ੍ਹਾਂ ਜਿਹੜੇ ਪਾਪੀ ਹਨ ਚੰਦੂ ਵਰਗੇ ਕਹਿ ਰਹੇ ਹਨ। ਅਜਰਤ ਤਉ ਵਡਾਈ ਰਾਖਤ। ਪਰ ਵਜ਼ੀਰ ਖਾਨ ਨੇ ਨਾਲ ਇਹ ਵੀ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੀ ਗੱਦੀ ਦਾ ਜਿਹੜਾ ਸਤਿਕਾਰ ਹੈ ਉਹ ਜਹਾਂਗੀਰ ਬਾਦਸ਼ਾਹ ਬਹੁਤ ਕਰਦਾ ਹੈ। ਸ੍ਰੀ ਨਾਨਕ ਗਾਦੀ ਪਰ ਜਾਣ। ਕਿਉਂਕਿ ਆਪ ਜੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਗੱਦੀ ਦੇ ਉੱਪਰ ਸ਼ੋਭਾਇਮਾਨ ਹੋ। ਕਰੇ ਹਕਾਰਨ ਦਰਸ਼ਨ ਕਾਰਨ। ਵਜ਼ੀਰ ਖਾਨ ਬੇਨਤੀ ਕਰਦਾ ਹੈ, ਸੱਚੇ ਪਾਤਸ਼ਾਹ ਜੀ ਆਪ ਜੀ ਦੇ ਦਰਸ਼ਨਾਂ ਵਾਸਤੇ ਜਹਾਂਗੀਰ ਬਾਦਸ਼ਾਹ ਨੇ ਮੈਨੂੰ ਭੇਜਿਆ ਹੈ, ਉਹ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਹਨ। ਬਾਗ ਸੁਣਨ ਕੀ ਚਿਤਰ ਚਠਾਨ। ਫਿਰ ਮਹਾਰਾਜ ਆਪ ਜੀ ਦੇ ਉਪਦੇਸ਼ ਨੂੰ ਸੁਣਨ ਦੀ ਵੀ ਉਹਦੀ ਰੁਚੀ ਹੈ, ਚਿੱਤ ਹੈ। ਪਠਿਓ ਆਪ ਢਿੱਗ ਮੈਂ ਚੱਲ ਆਇਓ। ਸੱਚੇ ਪਾਤਸ਼ਾਹ ਮੈਨੂੰ ਬਾਦਸ਼ਾਹ ਨੇ ਭੇਜਿਆ ਹੈ, ਮੈਂ ਚੱਲ ਕੇ ਆਪ ਜੀ ਦੇ ਪਾਸ ਆਇਆ ਹਾਂ। ਦੇਹੋ ਦਰਸ਼ਨ ਕੋ ਬਿਰਧ ਕਿਰਪਾਲ। ਇਹ ਸੱਚੇ ਪਾਤਸ਼ਾਹ ਆਪ ਜੀ ਦਾ ਸੁਭਾਅ ਹੈ, ਬਿਰਧ ਹੈ, ਧਰਮ ਹੈ। ਆਪ ਜੀ ਕਿਰਪਾ ਕਰਕੇ ਦਰਸ਼ਨ ਬਖਸ਼ੋ। ਸੁਣ ਸ੍ਰੀ ਅਰਜਨ ਬਾਗ ਬਖਾਨੇ। ਸੁਣ ਕਰਕੇ ਵਜ਼ੀਰ ਖਾਨ ਦੀ ਬੇਨਤੀ ਨੂੰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਹਮ ਇਸ ਹਿਤ ਆਏ ਮਗ ਚਾਲ। ਸੱਚੇ ਪਾਤਸ਼ਾਹ ਕਹਿੰਦੇ ਵਜ਼ੀਰ ਖਾਨ ਅਸੀਂ ਇਸੇ ਹੀ ਕਾਰਨ ਕਰਕੇ ਚੱਲ ਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਲਾਹੌਰ ਦੀ ਧਰਤੀ ਤੇ ਆਏ ਹਾਂ। ਕਰਤ ਪ੍ਰਤੀਖਣ ਸਮਾ ਸੋ ਪਹੁੰਚਿਓ। ਬਹੁਤ ਲੰਮਾ ਸਮਾਂ ਹੋ ਗਿਆ, ਅਸੀਂ ਉਡੀਕ ਕਰ ਰਹੇ ਸੀ, ਉਹ ਸਮਾਂ ਨੇੜੇ ਆ ਗਿਆ। ਇਮ ਕਹਿ ਭਏ ਤਿਆਰ ਤਿਸ ਨਾਲ। ਸਾਧ ਸੰਗਤ ਜੀ ਇਸ ਤਰ੍ਹਾਂ ਬਚਨ ਕਰਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਤਿਆਰ ਹੁੰਦੇ ਹਨ। ਹੁਣ ਕੱਲ ਦੇ ਦੀਵਾਨਾਂ ਅੰਦਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜਹਾਂਗੀਰ ਦੇ ਨਾਲ ਮੇਲ ਕਰਨਗੇ ਤੇ ਮਹਾਰਾਜ ਸੱਚੇ ਪਾਤਸ਼ਾਹ ਵਾਸਤੇ ਸੋਹਣਾ ਸਿੰਘਾਸਨ ਲੱਗੇਗਾ, ਬੜਾ ਅਦਬ ਤੇ ਸਤਿਕਾਰ ਕਰੇਗਾ ਗੁਰੂ ਨਾਨਕ ਦੀ ਗੱਦੀ ਦਾ। ਇਹ ਸਾਰੇ ਕੌਤਕ ਨੂੰ ਵੇਖ ਕੇ, ਦ੍ਰਿਸ਼ ਨੂੰ ਵੇਖ ਕੇ ਜਹਾਂਗੀਰ ਦੇ ਚੰਦੂ ਪਾਪੀ ਜਿਹੜਾ ਹੈ ਬਹੁਤ ਦੁਖੀ ਹੋਵੇਗਾ। ਇਹ ਆਪਾਂ ਕੱਲ ਦੇ ਦੀਵਾਨਾਂ ਅੰਦਰ ਵਾਰਤਾ ਸੁਣਾਂਗੇ। ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ, ਅਗਾਹਾਂ ਤੋਂ ਸਮਤ ਬਖਸ਼ਣੀ ਜੀ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ।
ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।